ਜਸਟ ਵੀ ਦੇਖ ਰਹੇ ਹੋ ਤੁਸੀਂ। ਮੈਂ KP ਸਿੰਘ ਟੂ ਦਾ ਪੁਆਇੰਟ ਵੀ ਤੁਹਾਡਾ ਸਭ ਦਾ ਸਵਾਗਤ ਕਰਦਾ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਬਹੁਤ ਸਾਰੇ ਬਿਆਨ ਆਏ ਹੈ, ਪਰ ਉਹਨਾਂ ਬਿਆਨਾਂ ਦੇ ਵਿੱਚ ਅਹਿਮੀਅਤ ਵਾਲਾ ਜਿਹੜਾ ਬਿਆਨ ਹੈ ਉਹ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਦਿੱਤਾ ਗਿਆ। ਉਸ ਬਿਆਨ ਤੇ ਵਿਚਾਰਨ ਦੀ ਲੋੜ ਹੈ, ਸੋਚਣ ਦੀ ਲੋੜ ਹੈ ਤੇ ਉਹਦਾ ਜ਼ਿਕਰ ਕਰਨ ਦੀ ਲੋੜ ਹੈਗੀ ਹੈ। ਜਥੇਦਾਰ ਸਾਹਿਬ ਨੇ ਜੋ ਜ਼ਿਕਰ ਕੀਤਾ ਹੈਗਾ ਉਸ ਦੇ ਵਿੱਚ ਕਿਹੜੀ ਫਿਕਰ ਹੈ ਜਿਹੜੀ ਉਹਨਾਂ ਨੇ ਜਤਾਈ ਹੈ ਕੀ ਹੈ, ਕਿਉਂ ਕਹਿ ਰਿਹਾ ਕਿ ਕੋਈ ਸਾਜ਼ਿਸ਼ ਹੋ ਸਕਦੀ ਸੀ, ਹਿੰਦੂ ਸਿੱਖਾਂ ਦੇ ਵਿਚਾਲੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਕਿਤੇ ਉਹ ਇਹ ਵੀ ਕਹਿ ਰਿਹਾ ਕਿ ਸਿੱਖ ਬਨਾਮ ਸਰਕਾਰ ਵੀ ਇਸ ਅੰਦੋਲਨ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, PM ਦਾ ਉਹ ਧੰਨਵਾਦ ਕਰਦੇ ਪਏ। ਇਹਨਾਂ ਸਾਰੇ ਬਿਆਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕੀ ਹੈ, ਇਹਨਾਂ ਬਿਆਨਾਂ ਦਾ ਮਤਲਬ ਹੈ ਕੀ ਹੈ ਤੇ ਕਿਸਾਨ ਸੰਘਰਸ਼ ਦੇ ਨਾਲ ਇਹਨਾਂ ਬਿਆਨਾਂ ਦਾ ਕੀ ਰਿਸ਼ਤਾ ਹੈਗਾ ਉਸ ਨੂੰ ਸਮਝਣ ਦੀ ਜ਼ਰੂਰਤ ਹੈਗੀ। ਬਹੁਤ ਸੰਜੀਦਗੀ ਵਾਲੀ ਚਰਚਾ ਇਹ ਵਿਸ਼ਾ ਮੰਗਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਸੰਜੀਦਗੀ ਵਾਲੀ ਚਰਚਾ ਹੋਵੇ ਤੇ ਇਹੀ ਸਵਾਲ ਉਠਾ ਰਹੇ ਹਾਂ ਅਸੀਂ। ਸਾਜ਼ਿਸ਼ ਦਾ ਕੀਤਾ ਜ਼ਿਕਰ, ਜਥੇਦਾਰ ਨੂੰ ਕਿਹੜੀ ਫਿਕਰ? ਕੁਝ ਅਜਿਹੀਆਂ ਧਿਰਾਂ ਵੀ ਸੀ ਜਿਹੜੀਆਂ ਕਿਸਾਨੀ ਦੇ ਇਸ ਮਸਲੇ ਨੂੰ ਕਿ ਸਿੱਖ ਵਰਸਸ ਹਿੰਦੂ ਬਣਾਉਣ ਦਾ ਕੋਝਾ ਯਤਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀ। कुछ किसानों को समझा नहीं पाए। श्री अकाल तख्त साहब के कार्यकारी जथेदार ज्ञानी हरप्रीत सिंह हरा ने क्या किया, पहला बयान सुन लिए। ਤੇ ਕੁਝ ਅਜਿਹੀਆਂ ਧਿਰਾਂ ਵੀ ਸੀ ਜਿਹੜੀਆਂ ਕਿਸਾਨੀ ਦੇ ਇਸ ਮਸਲੇ ਨੂੰ ਸਿੱਖ ਵਰਸਸ ਭਾਰਤ ਸਰਕਾਰ ਬਣਾਉਣ ਦਾ ਯਤਨ ਕਰ ਰਹੀਆਂ ਸੀ। ਔਰ ਸਿੱਖ ਵਰਸਸ ਭਾਰਤ ਸਰਕਾਰ ਹੀ ਨਹੀਂ ਬਲਕਿ ਸਿੱਖ ਵਰਸਸ ਹਿੰਦੂ ਬਣਾਉਣ ਦਾ ਕੋਝਾ ਯਤਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀ, ਜਿਹਦੇ ਬਹੁਤ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਵੀ ਸਾਨੂੰ ਕੌਮੀ ਤੌਰ ਦੇ ਉੱਤੇ ਝੱਲਣੇ ਪੈਣੇ ਸੀ। ਔਰ ਇਹ ਸਾਡੀ ਚਿੰਤਾ ਟਲੀ ਹੈ। ਤੇ ਇਹ ਖੇਤੀ ਨਾਲ ਸੰਬੰਧਿਤ ਜਿਹੜੇ 3 ਕਾਨੂੰਨ ਸੀ, ਇਹਨਾਂ ਦੇ ਵਿਰੋਧ ਦੀ ਆੜ ਦੇ ਵਿੱਚ ਭਾਈਚਾਰਕ ਵੰਡੀਆਂ ਪਾਉਣ ਦੇ ਵੀ ਯਤਨ ਜਿਹੜੇ ਹੈ ਉਹ ਹੋ ਰਹੇ ਸਨ ਕੁਝ ਸ਼ਰਾਰਤੀ ਧਿਰਾਂ ਵੱਲੋਂ। ਕੁਝ ਐਸੀਆਂ ਵੀ ਧਿਰਾਂ ਸਨ ਜਿਹੜੀਆਂ ਇਹਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਆੜ ਦੇ ਵਿੱਚ ਆਪਣੀ ਰਾਜਸੀ ਧਰਾਤਲ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਹੀਆਂ ਸੀ ਔਰ ਸਿੱਖ ਸੈਂਟੀਮੈਂਟ ਨੂੰ ਕਮਜ਼ੋਰ ਕਰ ਰਹੀਆਂ ਸੀ, ਸਿੱਖ ਇਤਿਹਾਸ ਨੂੰ ਨਿਸ਼ਾਨੇ ਤੇ ਲੈ ਰਹੀਆਂ ਸੀ, ਸਿੱਖ ਨਿਸ਼ਾਨ ਉਹਨਾਂ ਨੂੰ ਚੁਭਦਾ ਸੀ। ਇਹ ਬਹੁਤ ਵੱਡਾ ਇੱਕ ਫੈਸਲਾ ਹੈ ਪ੍ਰਧਾਨ ਮੰਤਰੀ ਸਾਹਿਬ ਦਾ, ਔਰ ਜਿੰਨੇ ਵੀ ਇਸ ਫੈਸਲੇ ਨਾਲ ਮੈਂ ਉਹਨਾਂ ਦੀ ਤਾਰੀਫ ਕਰਨੀ ਬਣਦੀ ਹੈ, ਕਿਉਂਕਿ ਇੱਕ ਖੇਤੀ ਕਾਨੂੰਨ ਬਿੱਲ ਰੱਦ ਹੀ ਨਹੀਂ ਹੋਏ ਬਲਕਿ ਇੱਕ ਬਹੁਤ ਵੱਡੀ ਸਾਡੀ ਵਿਪਤਾ ਜਿਹੜੀ ਹੈ ਉਹ ਦੂਰ ਕੀਤੀ ਹੈ। ਠੀਕ ਹੈ, ਇਸ ਅੰਦੋਲਨ ਦੇ ਦੌਰਾਨ ਕੁਝ ਜਾਨਾਂ ਗਈਆਂ ਨੇ, ਉਹਨਾਂ ਦਾ ਅਫਸੋਸ ਹੈ, ਹਮੇਸ਼ਾ ਰਹੇਗਾ। ਵੱਡਾ ਸਵਾਲ ਇਸ ਚਰਚਾ ਦੇ ਵਿੱਚ ਅਸੀਂ ਇਹ ਪੁੱਛ ਰਹੇ ਹਾਂ, ਕਿਸਾਨ ਸੰਘਰਸ਼ ਨੂੰ ਧਰਮ ਨਾਲ ਜੋੜਨ ਵਾਲੇ ਬਿਆਨਾਂ 'ਚ ਤੇਜ਼ੀ ਕਿਉਂ ਆ ਰਹੀ ਹੈ? ਇਸ ਸਵਾਲ ਤੇ ਚਰਚਾ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਮੌਜੂਦ ਹੈਗਾ ਉਹਨਾਂ ਤੁਹਾਡਾ ਤਾਰਫ ਕਰਾਉਣੇ ਤੇ ਉਸ ਤੋਂ ਬਾਅਦ ਇਹ ਚਰਚਾ ਸ਼ੁਰੂ ਕਰ ਦੇਵਾਂਗੇ। ਗੁਰਤੇਜ ਸਿੰਘ IAS ਸਿੱਖ ਬੁੱਧੀਜੀਵੀ ਨੇ। ਗੁਰਤੇਜ ਸਿੰਘ ਹਰਾਂ ਦਾ ਲੰਬਾ ਤਜਰਬਾ ਤੇ ਸਿੱਖ ਫਿਲਾਸਫੀ ਨੂੰ, ਸਿੱਖ ਸੈਂਟੀਮੈਂਟਸ ਨੂੰ ਇਹ ਚੰਗੀ ਤਰ੍ਹਾਂ ਸਮਝਦੇ ਹੈਗੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜਾ ਬਿਆਨ ਦੇ ਰਿਹਾ ਉਸ ਨੂੰ ਇਹ ਕਿਸ ਤਰੀਕੇ ਸਮਝਣ ਕਿ ਉਹ ਗੁਰਤੇਜ ਸਿੰਘ ਜੀ ਤੋਂ ਅਸੀਂ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੁਰਤੇਜ ਸਿੰਘ IAS ਤੁਹਾਡਾ ਬਹੁਤ ਸਵਾਗਤ ਹੈ ਸਰ। ਫਾਰਮਰ IAS ਨੇ। थैंक यू। ਕੁਲਦੀਪ ਸਿੰਘ ਧਾਲੀਵਾਲ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਹੈ। ਇਹ ਇਸ ਬਿਆਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੈ, ਸਵਾਗਤ ਕਰਦੇ ਹੈ, ਜਾਂ ਇਸ ਬਿਆਨ ਦੇ ਵਿੱਚ ਇਹਨਾਂ ਨੂੰ ਵੀ ਕੁਝ ਲੱਗਦਾ ਕਿ ਇਹ ਬਿਆਨ ਕਿਉਂ ਆਇਆ? ਇਹ ਧਾਲੀਵਾਲ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਕੁਲਦੀਪ ਸਿੰਘ ਧਾਲੀਵਾਲ ਤੁਹਾਡਾ ਬਹੁਤ ਸਵਾਗਤ ਹੈ। ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ, ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਹੈ ਤੇ ਗਰੇਵਾਲ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇਹਨਾਂ ਬਿਆਨਾਂ ਦੇ ਵਿੱਚ ਕਿੰਨੀ ਸੰਜੀਦਗੀ ਹੈ, ਜਿਹੜੀ ਸੰਜੀਦਗੀ ਉਹ ਜਤਾ ਰਿਹਾ ਕਿ ਵਿਪਤਾ ਸਾਡੇ ਤੋਂ ਟਲ ਗਈ ਹੈ, ਉਸ ਦਾ ਮਤਲਬ ਹੈ ਕੀ ਹੈ? ਗੁਰਚਰਨ ਸਿੰਘ ਗਰੇਵਾਲ ਤੁਹਾਡਾ ਬਹੁਤ ਸਵਾਗਤ ਹੈ। ਹਰਦੀਪ ਸਿੰਘ ਕਿੰਗਰਾ ਬਹੁਤ ਉੱਚ ਅਹੁਦਿਆਂ 'ਤੇ ਰਹੇ ਹੈ, ਬੜੇ ਉੱਚੇ ਪ੍ਰਸ਼ਾਸਨਿਕ ਅਧਿਕਾਰੀ ਰਹੇ ਆ। ਹਰਦੀਪ ਸਿੰਘ ਕਿੰਗਰਾ ਅਕਸਰ ਇਹਨਾਂ ਬਿਆਨਾਂ ਨੂੰ ਬੜੀ ਸੰਜੀਦਗੀ ਨਾਲ ਸੋਚਦੇ ਆ, ਵਾਚਦੇ ਆ, ਪਰ ਕਾਂਗਰਸ ਦੀ ਇਸ ਬਿਆਨ 'ਤੇ ਕੀ ਲਾਈਨ ਹੋਣੀ ਚਾਹੀਦੀ ਹੈ ਉਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਹਰਦੀਪ ਸਿੰਘ ਕਿੰਗਰਾ ਤੁਹਾਡਾ ਬਹੁਤ ਸਵਾਗਤ ਹੈ ਸਰ। ਕੁਲਦੀਪ ਸਿੰਘ ਧਾਲੀਵਾਲ ਪਹਿਲਾ ਸਵਾਲ ਸਰ ਤੁਹਾਨੂੰ ਕਰ ਰਿਹਾ। ਕੁਲਦੀਪ ਸਿੰਘ ਧਾਲੀਵਾਲ, ਇਸ ਬਿਆਨ ਦਾ ਵੈਲਕਮ ਕਰਦੇ ਹੋ ਜੋ ਜਥੇਦਾਰ ਸਾਹਿਬ ਨੇ ਦਿੱਤਾ? देखो, क्योंकि बयान का वेलकम करना कोई भी सिख बशिंदा ਜਿਹੜਾ ਹੈਗਾ ਜਥੇਦਾਰ ਸਾਹਿਬ ਜਦੋਂ ਵੀ ਕੋਈ ਗੱਲ ਆਖਦੇ ਆ ਉਦੋਂ ਉਹਦੀ ਸੰਜੀਦਗੀ ਨਾਲ ਲੈਣਾ ਸਾਡਾ ਫਰਜ਼ ਬਣਦਾ ਹੈ। ਔਰ ਉਹਨਾਂ ਨੇ ਜਿਹੜੀ ਗੱਲ ਆਖੀ ਹੈ ਇਹ ਗੱਲ ਬੜੇ ਲੰਬੇ ਸਮੇਂ ਤੋਂ ਮੈਂ ਵੀ ਕਈ ਵਿਦੇਸ਼ਾਂ ਦੀ ਗੱਲ ਕਹਿੰਦਾ ਰਿਹਾ, ਪਰ ਉਦੋਂ ਸਾਨੂੰ ਤੇ ਚਿੱਕੜ ਸਿੱਟਿਆ ਜਾਂਦਾ ਸੀ ਕਿ ਜਿਹੜਾ ਹੈਗਾ ਅੰਦੋਲਨ ਨੂੰ ਬਦਨਾਮ ਕਰਦੇ ਹੋ, ਜਦ ਕਿ ਉਹ ਬੰਦਿਆਂ ਵਾਸਤੇ ਗੱਲ ਹੁੰਦੀ
ਸਾਰੇ ਕਿਸਾਨਾਂ ਵਾਸਤੇ ਗੱਲ ਨਹੀਂ ਹੁੰਦੀ ਸੀ। ਉਹ ਬੰਦਾ ਬਾਪ ਅਸੀਂ ਮੈਂ ਵੀ ਥੋੜਾ ਰਿਹਾ ਰਵਨੀਤ ਬਿੱਟੂ ਨੇ ਕਹਿਤਾ ਸੀ ਕਿ ਉੱਥੇ ਆਹ ਗੱਲ ਹੋ ਰਹੀ ਹੈ, ਔਰ ਉਹ ਇਸ ਤਰ੍ਹਾਂ ਵੱਖ-ਵੱਖ ਪਾਰਟੀਆਂ ਦੇ ਬੰਦਿਆਂ ਨੂੰ ਨਹੀਂ ਕਿਹਾ। ਇਹ ਗੱਲ ਜਦੋਂ ਹੁਣ ਜਥੇਦਾਰ ਜੀ ਨੇ ਗੱਲ ਕਹੀ ਹੈ ਤੇ ਬੜੀ ਸੰਜੀਦਾ ਗੱਲ ਸੀ, ਔਰ ਇਸ ਗੱਲ ਤੇ ਸਾਰਿਆਂ ਨੂੰ ਸੋਚਣਾ ਚਾਹੀਦਾ। ਜਿਹੜਾ ਦਿੱਲੀ ਵਰਸਸ ਪੰਜਾਬ ਦੀ ਮੈਂ ਗੱਲ ਕਰਦਾ, ਸ਼ਰੇਆਮ ਗਾਣੇ ਗਵਾਏ ਗਏ ਆ ਦਿੱਲੀ ਵਰਸਸ ਪੰਜਾਬ। ਉਹ ਜਿਹੜੇ ਕਲਾਕਾਰਾਂ ਨੇ ਗਾਣੇ ਗਾਏ ਹੈ ਕੁਲਦੀਪ ਧਾਲੀਵਾਲ ਆਪਾਂ ਵਿਸ਼ੇ ਤੇ ਰਹੀਏ। ਇਹ ਦਿੱਲੀ ਬਨਾਮ ਪੰਜਾਬ ਦੀ ਚਰਚਾ ਨਹੀਂ ਹੈ ਕਿ ਜਿਹੜੇ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਉਹਦੀ ਚਰਚਾ ਹੈਗੀ ਹੈ। ਉਹ ਕਹਿੰਦੇ ਸਿੱਖ ਵਰਸਸ ਭਾਰਤ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਸਿੱਖ ਬਨਾਮ ਹਿੰਦੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਤੁਸੀਂ ਇਸ ਬਿਆਨ ਦਾ ਵੈਲਕਮ ਕਰਦੇ ਹੋ? ਤੁਹਾਨੂੰ ਲੱਗਦਾ ਜਥੇਦਾਰ ਸਾਹਿਬ ਨੇ ਜੋ ਕਿਹਾ ਉਹੀ ਤੁਹਾਡੀ ਲਾਈਨ ਸੀ? ਨਹੀਂ, ਸਾਡੀ ਲਾਈਨ ਦੀ ਗੱਲ ਨਹੀਂ। ਜਥੇਦਾਰ ਸਾਹਿਬ ਨੇ ਆਪ ਤੇ ਜੋ ਉਹਨਾਂ ਨੂੰ ਲੱਗਿਆ ਕਿ ਸਿੱਖ ਸਮੁਦਾਇ ਨੂੰ ਭਾਰਤ ਨਾਲੋਂ ਪਾੜਨ ਦੀ ਕੋਸ਼ਿਸ਼ ਸੀ, ਸਿੱਖ ਵਰਸਸ ਹਿੰਦੂ ਹੋ ਰਿਹਾ ਸੀ, ਉਹ ਗੱਲਾਂ ਸਪਸ਼ਟ ਹੈ। ਨਹੀਂ, ਭਾਰਤ ਨਾਲੋਂ ਪਾੜਨ ਦੀ ਕੋਸ਼ਿਸ਼ ਉਹਨਾਂ ਨੇ ਕਿੱਥੇ ਕਿਹਾ? ਤੁਹਾਨੂੰ ਲੱਗਦਾ ਕਿ ਉਹਨਾਂ ਨੇ ਤੁਸੀਂ ਆਪਦੇ ਤਰੀਕੇ ਨਾਲ ਇੰਟਰਪ੍ਰੀਟ ਕਰ ਸਕਦੇ ਹੋ? ਕੁਲਦੀਪ ਧਾਲੀਵਾਲ ਉਹਨਾਂ ਨੇ ਕਦੋਂ ਕਿਹਾ ਕੁਲਦੀਪ ਧਾਲੀਵਾਲ ਕਿ ਭਾਰਤ ਨਾਲੋਂ ਪਾੜਨ ਦੀ ਕੋਸ਼ਿਸ਼ ਸੀ? ਕਿ ਤੁਹਾਨੂੰ ਇਹ ਲੱਗਦਾ ਇਹਨਾਂ ਦੇ ਬਿਆਨਾਂ ਤੋਂ ਵੀ ਇਦਾਂ ਕਹਿ ਰਹੇ ਉਹ? ਦਿੱਲੀ ਵਰਸਸ ਪੰਜਾਬ ਦਾ ਮਤਲਬ ਕੀ ਹੈ? ਜਦੋਂ ਦਿੱਲੀ ਵਰਸਸ ਪੰਜਾਬ ਦੇ ਦਿੱਲੀ ਵਰਸਸ ਪੰਜਾਬ ਨਹੀਂ ਕਿਹਾ ਉਹਨਾਂ ਨੇ। ਧਾਲੀਵਾਲ ਸਾਹਿਬ ਇੱਕ ਮਿੰਟ ਰੁਕ ਜਾਓ ਸਰ, ਇੱਕ ਮਿੰਟ ਸਰ, ਬਿਆਨ ਤਾਂ ਸੁਣ ਲਓ ਨਾ ਚੰਗੀ ਤਰ੍ਹਾਂ। ਉਹ ਕਹਿ ਰਿਹਾ ਸਿੱਖ ਵਰਸਸ ਭਾਰਤ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਸਿੱਖ ਬਨਾਮ ਹਿੰਦੂ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੈਂ ਇਸ ਤੇ ਤੁਹਾਡਾ ਜਵਾਬ ਚਾਹੁੰਦਾ। ਇਹ ਉਹੀ ਲਾਈਨ ਆ ਜਿਹੜੀ ਤੁਸੀਂ ਕਹਿ ਰਹੇ ਸੀ? ਉਹੀ ਲਾਈਨ ਜਥੇਦਾਰ ਸਾਹਿਬ ਨੇ ਕਹੀ ਹੈ? ਦੇਖੋ, ਸਾਡੀ ਤੇ ਜਥੇਦਾਰ ਸਾਹਿਬ ਦੀ ਆਪਦੀ ਲਾਈਨ ਆ, ਉਹਨਾਂ ਦੀ ਆਪਦੀ ਲਾਈਨ ਆ। ਉਹਨਾਂ ਨੇ ਸਿੱਖ ਸਮੁਦਾਇ ਦੇ ਹੱਕ 'ਚ ਗੱਲ ਕਹੀ ਹੈ। ਅਸੀਂ ਜਿਹੜਾ ਹੈਗਾ ਨੈਸ਼ਨਲਿਸਟ ਤੌਰ ਤੇ ਬੀਗਾ ਨੈਸ਼ਨਲਿਸਟ ਅਸੀਂ ਆਪਦੇ ਤਰੀਕੇ ਨਾਲ ਗੱਲ ਕਹੀ ਹੈ। ਔਰ ਅਸੀਂ ਜਦੋਂ ਦਿੱਲੀ ਵਰਸਸ ਪੰਜਾਬ ਗਾਣੇ ਹੋ ਰਹੇ ਸੀ, ਅਸੀਂ ਉਦੋਂ ਵੀ ਆਪਾਂ ਫਿਰ ਗਾਣੇ ਤੇ ਆ ਜਾਂਦੇ ਹਾਂ। ਕੁਲਦੀਪ ਧਾਲੀਵਾਲ, ਆਪਾਂ ਫਿਰ ਗਾਣੇ ਤੇ ਆ ਜਾਂਦੇ ਹਾਂ। ਮੈਂ ਗਾਣੇ ਦੀ ਗੱਲ ਹੀ ਨਹੀਂ ਕਰਦਾ ਪਿਆ। ਆਪਾਂ ਕਿਹੜਾ ਗਾਣਾ ਗਾ ਰਹੇ ਹਾਂ ਕੁਲਦੀਪ ਧਾਲੀਵਾਲ? ਮੈਂ ਤਾਂ ਇਹ ਪੁੱਛ ਰਿਹਾ ਕੁਲਦੀਪ ਧਾਲੀਵਾਲ, ਤੁਸੀਂ ਵੈਲਕਮ ਕਰਦੇ ਹੋ ਇਸ ਬਿਆਨ ਦਾ ਜਾਂ ਨਹੀਂ ਕਰਦੇ? ਗੱਲ ਖਤਮ। ਕੇਪੀਏ ਵੈਲਕਮ ਕਰਨ ਦੀ ਗੱਲ ਨਹੀਂ, ਸਮਝਣ ਦੀ ਗੱਲ ਹੈ। ਚਲੋ ਠੀਕ ਹੈ, ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਵਾਪਸ ਆ ਜਾਊਂਗਾ ਕੁਲਦੀਪ ਧਾਲੀਵਾਲ, ਵਾਪਸ ਆ ਜਾਊਂਗਾ। ਤੁਹਾਨੂੰ ਮੈਂ ਬਹੁਤ ਵਕਤ ਦਿੱਤਾ ਹੈ। ਗੁਰਚਰਨ ਗਰੇਵਾਲ, ਜਥੇਦਾਰ ਸਾਹਿਬ ਨੇ ਜੋ किया बिल्कुल ठीक किया, दुरुस्त किया है? गुरचरण गरेवाल अनम्यूट कर लो प्लीज, अनम्यूट कर लो गरेवाल साहब। हाँ बोलो बोलो बोलो। हेलो, हाँ बोलो बोलो। हाँ जी, हाँ बोलो। केपी जी, ਜਿਹੜਾ ਸਿੰਘ ਸਾਹਿਬ ਦਾ ਬਿਆਨ ਹੈ ਉਹ ਤੁਸੀਂ ਸਾਰੇ ਜਾਣਦੇ ਆ, ਜਿੰਨੇ ਵੀ ਸਾਡੇ ਪੈਨਲਿਸਟ ਬੈਠੇ ਆ ਉਹ ਪੈਨਲਿਸਟ ਸਤਿਕਾਰਯੋਗ ਆ ਤੇ ਪੂਰਨ ਰੂਪ ਦੇ ਵਿੱਚ ਸਿੱਖੀ ਭਾਵਨਾ ਨੂੰ ਸਮਝਦੇ ਆ ਤੇ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਆ ਸਾਰੇ ਹੀ ਸਣੇ ਧਾਲੀਵਾਲ ਸਾਹਿਬ ਦੇ। ਹੁਣ ਮੈਂ ਬੇਨਤੀ ਇਹ ਕਰਦਾ ਕਿ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ ਕਿ ਸਿੰਘ ਸਾਹਿਬ ਦਾ ਜਿਹੜਾ ਬਿਆਨ ਹੈ, ਭਾਵੇਂ ਕਿ ਜਦੋਂ ਵੀ ਕਦੇ ਕੋਈ ਵੀ ਸਮਾਂ ਹੁੰਦਾ, ਸਿੰਘ ਸਾਹਿਬ ਦਾ ਬਿਆਨ ਜਿਹੜਾ ਵਾ ਉਹ ਆਪਣੇ ਆਪ ਦੇ ਵਿੱਚ ਬੜਾ ਇੱਕ ਅਸਰ ਰੱਖਦਾ। ਸਿੰਘ ਸਾਹਿਬ ਨੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਹੀ ਆ, ਤੁਸੀਂ ਸੁਣਿਆ ਹੋਵੇਗਾ ਕਿ ਅਕਾਲ ਪੁਰਖ ਸਾਹਿਬ ਦੀ ਕਿਰਪਾ ਹੋਈ ਆ। ਆ ਰਹੀ ਜੀ ਆਵਾਜ਼? ਆ ਰਹੀ ਆ? ਆ ਰਹੀ ਬਿਲकुल ਆ ਰਹੀ ਹੈ। ਬੋਲੋ ਬੋਲੋ, ਤੁਸੀਂ ਬੋਲੋ। ਆਵਾਜ਼ ਆ ਰਹੀ ਆ? ਬਿਲकुल ਆ ਰਹੀ ਹੈ, ਬਿਲकुल ਆ ਰਹੀ। ਬੋਲੋ ਗਰੇਵਾਲ ਸਾਹਿਬ, ਬੋਲੋ ਤੁਸੀਂ। ਨਹੀਂ ਪ੍ਰੋਬਲਮ ਆ ਕੋਈ? ਤੁਹਾਡਾ ਸਪੀਕਰ ਆਫ ਹੈ? ਨਹੀਂ ਮੈਨੂੰ ਸੁਣ ਰਿਹਾ, ਸਾਰਾ ਕੁਝ ਸੁਣ ਰਿਹਾ, ਤੁਸੀਂ ਬੋਲੋ। ਹੈਲੋ, ਬੋਲੋ ਜੀ, ਬੋਲੋ ਗਰੇਵਾਲ ਸਾਹਿਬ, ਮੈਂ ਸੁਣ ਰਿਹਾ। ਸਾਨੂੰ ਵੀ ਸੁਣ ਰਿਹਾ ਜੀ, ਬੋਲੋ ਤੁਸੀਂ। ਸਾਰਿਆਂ ਨੂੰ ਸੁਣ ਸਪੀਕਰ ਆਫ ਆ ਰਿਹਾ ਜੀ, ਨਹੀਂ ਚੱਲ ਨਹੀਂ ਰਿਹਾ। ਕੋਈ ਹੋਰ ਪੈਨਲਿਸਟ ਨੂੰ ਲੈ ਲਓ। ਚਲੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਗਰੇਵਾਲ ਸਾਹਿਬ ਦੀ ਕੋਈ ਤਕਨੀਕੀ ਉਹਨਾਂ ਨੂੰ ਲੱਗਦੀ ਹੈ ਦਿੱਕਤ, ਵਾ ਸਾਡੇ ਵੱਲੋਂ ਕੋਈ ਦਿੱਕਤ ਨਹੀਂ ਹੈਗੀ। ਦਿੱਕਤ ਹੈ ਜਿਹੜੀ ਉਹ ਬਿਆਨ ਦੇ ਨਾਲ ਤਾਂ ਨਹੀਂ ਸ਼ੁਰੂ ਹੋ ਰਹੀ, ਦਿੱਕਤ ਹੈ ਜਿਹੜੀ ਉਹ ਬਿਆਨ ਦੇ ਨਾਲ ਦੂਰ ਤਾਂ ਨਹੀਂ ਹੋ ਰਹੀ। ਇਹ ਸਾਰੇ ਸਵਾਲ ਹੈ ਕਿ ਇਸ ਨੂੰ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈਗੀ ਆ। ਕੋਸ਼ਿਸ਼ ਕਰੂੰਗਾ ਸੰਜੀਦਗੀ ਨਾਲ ਚਰਚਾ ਹੋਵੇ। ਵਾਪਸ ਆ ਰਿਹਾ। ਕੁਝ ਅਜਿਹੀਆਂ ਧਿਰਾਂ ਵੀ ਸੀ ਜਿਹੜੀਆਂ ਕਿਸਾਨੀ ਦੇ ਇਸ ਮਸਲੇ ਨੂੰ ਕਿ ਸਿੱਖ ਵਰਸਸ ਹਿੰਦੂ ਬਣਾਉਣ ਦਾ ਕੋਝਾ ਯਤਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀ। कुछ किसानों को समझा नहीं पाए। ਕਿ ਕਿਸਾਨ ਸੰਘਰਸ਼ ਨੂੰ ਧਰਮ ਨਾਲ ਜੋੜਨ ਵਾਲੇ ਬਿਆਨਾਂ 'ਚ ਤੇਜ਼ੀ ਕਿਉਂ ਆ ਰਹੀ ਹੈ? ਹਾਂਜੀ ਗਰੇਵਾਲ ਸਾਹਿਬ, ਆਪਣੀ ਗੱਲ ਪੂਰੀ ਕਰੋ ਸਰ। ਤੁਸੀਂ ਅਨਮਿਊਟ ਕਰ ਲਓ ਗਰੇਵਾਲ ਸਾਹਿਬ, ਅਨਮਿਊਟ ਕਰ ਲਓ। हाँ बोलो 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 बोलो, ठीक आ रही है हुण आवाज, बोलो।
ਵੀ ਸਾਰੇ ਪੈਲਸ ਜਿਹੜੇ ਆ ਉਹ ਸਤਿਕਾਰਯੋਗ ਆ ਜੀ, ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨੂੰ ਸਮਝਦੇ ਆ। ਹੂੰ। ਤੋ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਆ ਕਿ ਅਕਾਲ ਪੁਰਖ ਸਾਹਿਬ ਦੀ ਕਿਰਪਾ ਹੋਈ ਆ। ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸ਼ਬਦ ਨੇ, ਜਿਹੜੀ ਸਮੇਂ ਦੀ ਸਰਕਾਰ, ਚਾਹੇ ਉਹ ਮੋਦੀ ਸਰਕਾਰ ਹੈ ਜਾਂ ਭਾਜਪਾ ਦੀ ਸਰਕਾਰ ਹੈ, ਉਹਨਾਂ ਦਾ ਉਹਨਾਂ ਨੇ ਇਸ ਗੱਲ ਲਈ ਧੰਨਵਾਦ ਕੀਤਾ ਕਿ ਇੱਕ ਖੁਸ਼ੀ ਦੀ ਗੱਲ ਹੈ ਕਾਨੂੰਨ ਰੱਦ ਹੋਇਆ, ਤੇ ਦੂਜੀ ਖੁਸ਼ੀ ਦੀ ਗੱਲ ਇਹ ਹੋਈ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਮੇਂ 'ਚ ਰੱਦ ਹੋਇਆ। ਠੀਕ ਹੈ ਨਾ, ਉਸ ਦਿਨ ਤੇ ਸਮਰਪਿਤ ਕੀਤਾ ਉਹਨਾਂ ਨੇ। ਦੇਖੋ ਹੁਣ ਇੱਕ ਗੱਲ ਹੈ ਕਿ ਇਹ ਸਾਰੇ ਉਹਨਾਂ ਦੇ ਜਿਹੜਾ ਵਰਤਾਰਾ ਜਿੰਨਾ ਉਹਨਾਂ ਨੇ ਦੱਸਿਆ, ਉਹਦੇ ਵਿੱਚ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਆ ਜਿਹੜੀ ਸਾਨੂੰ ਸਾਰਿਆਂ ਨੂੰ ਸੋਚਣੀ ਚਾਹੀਦੀ ਆ ਕਿ ਜਥੇਦਾਰ ਸਾਹਿਬ ਨੇ ਇਹ ਗੱਲ ਕੀਤੀ ਆ ਕਿ ਜਿਹੜਾ ਇਹ ਗੱਲ ਦੀ ਪੁਸ਼ਟੀ ਕਰਤੀ ਆ ਕਿ ਜਿਹੜਾ ਇਹ ਸੰਘਰਸ਼ ਸੀਗਾ ਇਹ ਸਿੱਖਾਂ ਦਾ ਸੰਘਰਸ਼ ਸੀ, ਸਿੱਖਾਂ ਨੇ ਇਸ ਗੱਲ ਨੂੰ ਆਰੰਭਿਆ ਤੇ ਅੰਦੋਲਨ ਦੇ ਵਿੱਚ ਸਿੱਖ ਜਜ਼ਬੇ ਲੜੇ, ਸਿੱਖ ਇਤਿਹਾਸ ਦੀ ਰੋਸ਼ਨੀ 'ਚ ਲੜਿਆ ਗਿਆ, ਸਿੱਖ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਲੜਿਆ ਗਿਆ ਤੇ ਸਰਕਾਰ ਨੇ ਸਿੱਖਾਂ ਦੇ ਅੱਗੇ ਗੋਡੇ ਟੇਕੇ ਆ। ਹੁਣ ਇਹ ਜਿਹੜੀ ਗੱਲ ਕਹੀ ਆ, ਜਿਹੜੀਆਂ ਹੋਰ ਵੀ ਗੱਲਾਂ ਕਹੀਆਂ ਕਿ ਸ਼ਰਾਰਤਾਂ ਸੀਗੀਆਂ, ਸਿੱਖ ਵਰਸਸ ਹਿੰਦੂ ਲੜਾਉਣ ਦੀ ਗੱਲ ਸੀਗੀ, ਸਰਕਾਰ ਦੇ ਖਿਲਾਫ ਸੀ, ਇਹ ਸਾਰਾ ਕੁਝ ਇੱਕ ਬੜਾ ਕੌੜਾ ਸੱਚ ਆ। ਇਹ ਨਿਕਲਣਾ ਥੋੜਾ ਜਿਹਾ ਪ੍ਰੋਬਲਮ ਆਏਗੀ, ਹਰ ਬੰਦੇ ਨੂੰ ਔਖਾ ਹੋਏਗਾ। ਅੱਜ 3 ਕਾਨੂੰਨ ਵਾਪਸ ਹੋ ਗਏ ਆ, ਇਹ ਸਮੇਂ ਸਾਨੂੰ ਇਹ ਗੱਲ ਜ਼ਰੂਰ ਵਿਚਾਰਨੀ ਚਾਹੀਦੀ ਆ ਕਿ ਇਹ ਸੰਘਰਸ਼ ਨੂੰ, ਠੀਕ ਹੈ ਕਿ ਅਸੀਂ ਹਿੰਦੁਸਤਾਨ ਦੇ ਕਿਸਾਨ, ਮੇਰੀ ਗੱਲ ਸੁਣ ਲਓ, ਹਿੰਦੁਸਤਾਨ ਦੇ ਕਿਸਾਨਾਂ ਦਾ ਸਤਿਕਾਰ ਕਰਦੇ ਆ, ਪਰ ਇਹ ਜਿਹੜੀ ਸਿੰਘ ਸਾਹਿਬ ਨੇ ਜ਼ਿਕਰ ਕੀਤਾ ਕਿ ਸਭ ਤੋਂ ਵੱਧ ਸ਼ਕਤੀ ਸਿੱਖਾਂ ਦੀ ਲੱਗੀ, ਸਭ ਤੋਂ ਵੱਧ ਪੈਸਾ ਸਿੱਖਾਂ ਦਾ ਲੱਗਾ, એનર્ਜੀ ਸਿੱਖਾਂ ਦੀ ਲੱਗੀ, ਜਿੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ 700 ਦੇ ਕਰੀਬ ਜਾਨਾਂ ਗਈਆਂ, ਜਿਹਦੇ ਚੋਂ 680 ਜਾਂ 90 ਜਿਹੜੇ ਸਿੱਖ ਗਏ ਨੇ। ਤੋ ਇਸ ਕਰਕੇ ਸਾਨੂੰ ਅੱਜ ਇਹ ਵਿਚਾਰਨਾ ਚਾਹੀਦਾ। ਚਲੋ ਮੈਂ ਵਾਪਸ ਆ ਜਾਊਂ, ਸੰਘਰਸ਼ ਸੀਗਾ ਇਹ ਸਿੱਖਾਂ ਦਾ ਸੰਘਰਸ਼ ਸੀ। ਚਲੋ ਮੈਂ ਵਾਪਸ ਆ ਜਾਊਂ ਵਾਪਸ। ਹਰਜੀਤ ਸਿੰਘ ਕਿੰਗਰਾ, ਗੁਰਚਰਨ ਸਿੰਘ ਗਰੇਵਾਲ ਨੇ ਆਪਣੀ ਲਾਈਨ ਕਲੀਅਰ ਕਰਤੀ ਹੈ, ਬਿਲਕੁਲ ਇਹ ਸਿੱਖਾਂ ਦਾ ਸੰਘਰਸ਼ ਸੀਗਾ ਸਰ, ਕਿਸਾਨਾਂ ਦਾ ਨਹੀਂ ਸੀਗਾ। ਕਿੰਗਰਾ ਸਾਹਿਬ। केपी जी, सब तो पहला तो जथेदार साहब दे उच्चारण ਨੂੰ ਬਿਆਨ ਨਾ ਕਿਆ ਕਰੋ, ਉਚਾਰਨ ਹੈ ਜਥੇਦਾਰ ਸਾਹਿਬ ਦਾ। ਤੁਹਾਡੀ ਗੱਲ ਮੰਨ ਲੈਣੇ ਕਿੰਗਰਾ ਸਾਹਿਬ, ਬੋਲੋ। ਜਥੇਦਾਰ ਸਾਹਿਬ ਸੁਪਰੀਮ ਸੀਟ ਹੈ, ਉਹ ਇੰਸਟੀਟਿਊਸ਼ਨ ਹੈ ਜਿਹਦੇ ਵਾਸਤੇ ਹਰ ਸਿੱਖ ਦੁਨੀਆ ਦਾ ਸਿਰ ਵਡਾ ਸਕਦਾ, ਮੈਂ ਵੀ ਵਡਾ ਸਕਦਾ। ਇਸ ਕਰਕੇ ਉਹਨਾਂ ਦਾ ਉਹਨੂੰ ਉਚਾਰਨ ਕਹੋ, ਫਰਮਾਨ ਕਹੋ, ਪਰ ਉਹਨੂੰ ਬਿਆਨ ਨਾ ਕਹੋ। ਉਹਨਾਂ ਨੇ ਪੋਲੀਟੀਕਲੀ ਕੁਝ ਨਹੀਂ ਲੈਣਾ। ਬਿਆਨ ਤਾਂ ਮਨ ਘੜਤ ਗੱਲ ਦੀ ਜਿਹੜਾ ਉਹ ਬਿਆਨ ਹੁੰਦਾ ਹੈਗਾ, ਜਿਹਦੇ ਵਿੱਚ ਵਿਚਾਰ। ਸਰ ਤੁਹਾਡੀ ਗੱਲ ਮੰਨ ਲੈ ਸਰ, ਅੱਗੇ ਤੁਰ ਪੈਣੇ ਆ, ਬੋਲੋ ਸਰ। ਕਿੰਗਰਾ ਸਾਹਿਬ। ਹੋਰ ਹੈ, ਬਾਕੀਆਂ ਦੇ ਬਿਆਨ ਹੋਰ ਹੈ। ਜਿੱਥੋਂ ਤੱਕ ਹਿੰਦੂ ਸਿੱਖ ਦਾ ਮਸਲਾ ਹੈ, ਇਹ ਅੰਗਰੇਜ਼ਾਂ ਤੋਂ ਲੈ ਕੇ ਸਮਝ ਚੁੱਕੀ ਸੀ ਦੁਨੀਆ। ਦੇਖੋ ਕਿ ਆਪਾਂ ਪੁਆਇੰਟ ਤੇ ਆਈਏ ਨਾ ਸਰ। ਕਿੰਗਰਾ ਸਾਹਿਬ ਪੁਆਇੰਟ ਤੇ ਆਈਏ ਸਰ। ਕਿੰਗਰਾ ਸਾਹਿਬ ਮੈਂ ਸਿੱਧਾ ਸਵਾਲ ਕਰ ਰਿਹਾ, ਗਰੇਵਾਲ ਸਾਹਿਬ ਨੇ ਕਿਹਾ ਇਹ ਸਿੱਖਾਂ ਦਾ ਸੰਘਰਸ਼ ਹੈ, ਕਿਸਾਨਾਂ ਦਾ ਨਹੀਂ ਹੈ ਸਰ, ਸਿੱਖਾਂ ਦਾ ਸੰਘਰਸ਼ ਹੈ। ਨਹੀਂ, ਇਹ ਗਰੇਵਾਲ ਸਾਹਿਬ ਦੇ ਨਿੱਜੀ ਵਿਚਾਰ ਨੇ, ਉਹ ਇੱਕ ਧਾਰਮਿਕ ਸੰਸਥਾ ਦੇ ਮੈਂਬਰ ਨੇ, ਉਹ ਆਪਦੇ ਨਿੱਜੀ ਵਿਚਾਰ ਜਿਵੇਂ ਮਰਜ਼ੀ ਦੇ ਸਕਦੇ। ਮੈਂ ਇੱਕ ਪੋਲੀਟੀਕਲ ਪਾਰਟੀ ਦਾ ਬੰਦਾ ਹੈਗਾ, ਨੁਮਾਇੰਦਾ ਹੈਗਾ, ਔਰ ਮੈਂ ਆਪਦੀ ਅਕਲ ਦੇ ਮੁਤਾਬਕ ਆਪਦਾ ਬਿਆਨ ਦੇਵਾਂਗਾ। ਦੇਖੋ ਗੱਲ ਇਹ ਹੈ ਕੇਪੀ ਜੀ ਕਿ ਇਹ ਜੋ ਮਰਜ਼ੀ ਕੋਈ ਕਹੀ ਜਾਵੇ, ਇਹ ਕਿਹਾ ਗਿਆ ਕਿ ਇਹ ਚੰਦ ਖਾਲਿਸਤਾਨੀ ਹੈ, ਇਹ ਕਿਹਾ ਗਿਆ ਕਿ ਖਾਲਿਸਤਾਨੀ ਇਹਦੀ ਸਪੋਰਟ ਤੇ ਹੈ, ਇਹ ਕਿਹਾ ਗਿਆ ਕਿ ਵਿਦੇਸ਼ ਦੇ ਲੋਕ ਇਹਦੀ ਸਪੋਰਟ ਤੇ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿਹਨੇ ਕਿਹਾ। ਕਿਹਾ ਗਿਆ ਇਹ ਵੱਖਰੀ ਗੱਲ ਹੈ, ਕੋਸ਼ਿਸ਼ ਕੀਤੀ ਗਈ ਹਿੰਦੂ ਸਿੱਖ ਮਸਲਾ ਬਣਾਉਣ ਦੀ, ਪਰ ਕਿਹਨੇ ਕੋਸ਼ਿਸ਼ ਕੀਤੀ? ਕੀ ਸਰਕਾਰ ਨੇ ਕੋਸ਼ਿਸ਼ ਕੀਤੀ? ਕੀ ਬਾਹਰ ਬੈਠੀਆਂ ਸਾਡੇ ਗੁਆਂਢੀ ਮੁਲਕਾਂ ਦੀਆਂ ਏਜੰਸੀਆਂ ਨੇ ਕੋਸ਼ਿਸ਼ ਕੀਤੀ? ਕੀ ਜਿਹੜੇ ਬੰਦੇ ਭਾਰਤ ਦੇ ਹਿਤੈਸ਼ੀ ਨੇ ਹੀ ਉਹਨਾਂ ਨੇ ਕੋਸ਼ਿਸ਼ ਕੀਤੀ? ਸਵਾਲ ਇਹ ਸਰਕਾਰਾਂ ਦਾ ਕੰਮ ਹੈ ਪੜਚੋਲ ਕਰਨਾ ਕਿ ਕੋਸ਼ਿਸ਼, ਬਿਲਕੁਲ ਕੋਸ਼ਿਸ਼ ਹੋਈ ਹੈ। ਮੈਂ ਬਿਲਕੁਲ ਅੱਜ ਕਹਿਣਾ ਕਿ ਕੋਸ਼ਿਸ਼ ਹੋਈ ਹੈ, ਪਰ ਕੀਤੀ ਕਿਹਨੇ? ਇਹ ਸਰਕਾਰ ਪੜਚੋਲ ਕਰੇ ਵੀ ਉਹ ਕੋਸ਼ਿਸ਼ ਕਿਹਨੇ ਕੀਤੀ, ਤੇ ਜੇ ਸਰਕਾਰ ਨੇ ਆਪ ਕੀਤੀ ਤਾਂ ਫਿਰ ਪੜਚੋਲ ਕਾਹਦੀ ਕਰਨੀ ਹੈ? ਫਿਰ ਤਾਂ ਪਤਾ ਹੀ ਹੈ ਉਹਨਾਂ ਨੇ ਅਸੀਂ ਕੀਤੀ ਹੈ। ਲੇਕਿਨ ਸਮਾਜਿਕ ਤਾਣਾ ਬਾਣਾ ਸਿੱਖਾਂ ਤੇ ਹਿੰਦੂਆਂ ਦਾ ਇੰਨਾ ਤਕੜਾ ਹੈ ਕਿ ਅੰਗਰੇਜ਼ ਵੀ ਸਮਝ ਗਏ ਸੀ ਕਿ ਇਹਨਾਂ 'ਚ ਦਰਾੜ ਨਹੀਂ ਪਾਈ ਜਾ ਸਕਦੀ, ਇਸੇ ਕਰਕੇ ਉਹਨਾਂ ਨੇ ਮੁਸਲਮਾਨਾਂ 'ਚ ਤੇ ਹਿੰਦੂਆਂ 'ਚ ਦਰਾੜ ਪਾਈ। ਔਰ ਬਹੁਤ ਸਾਰੀਆਂ ਕੋਸ਼ਿਸ਼ਾਂ ਚਾਹੁੰਦੀਆਂ ਨੇ ਇਹ ਜਿਹੜਾ ਸਿੱਖਾਂ ਤੇ ਹਿੰਦੂਆਂ ਦਾ ਭਾਵੇਂ ਧਰਮ ਅੱਡ ਅੱਡ ਹੈ, ਬਹੁਤ ਫਰਕ ਹੈ ਦੋਨਾਂ ਧਰਮਾਂ 'ਚ, ਪਰ ਸਮਾਜਿਕ ਤਾਣਾ ਬਾਣਾ ਇੰਨਾ ਗੂੜਾ ਹੈ ਕਿ ਇਹਨੂੰ ਕੋਈ ਵੀ ਤਾਕਤ ਦੁਨੀਆ ਦੀ ਜਿਹੜੀ ਹੈ ਉਹ ਵੱਖਰ ਨਹੀਂ ਕਰ ਸਕਦੀ। ਪੰਜਾਬੀ ਇੱਕ ਆਪਣੇ ਆਪ 'ਚ ਕਲਚਰ ਹੈ ਜਿਹਦੇ 'ਚ ਹਿੰਦੂ ਤੇ ਸਿੱਖ ਕਲਚਰ ਦਾ ਹਿੱਸਾ ਹੈ, ਧਰਮ ਦਾ ਹਿੱਸਾ ਨਹੀਂ ਹੈ ਇੱਕੋ ਧਰਮ ਦਾ, ਲੇਕਿਨ ਇੱਕੋ ਸਮਾਜਿਕ ਇੱਕੋ ਤਾਣੇ ਬਾਣੇ ਦਾ ਹਿੱਸਾ ਹੈਗੇ ਨੇ। ਇਸ ਕਰਕੇ ਇਹਨਾਂ ਨੂੰ ਜਿਹੜੇ ਪਾੜਨ ਦੀ ਕੋਸ਼ਿਸ਼ ਪਤਾ ਨਹੀਂ ਕਿੰਨੇ ਸਮੇਂ ਤੋਂ ਹੋ ਰਹੀ ਹੈ, ਪਰ ਹੋਣਾ ਕੁਝ ਨਹੀਂਗਾ। ਚਲੋ ਠੀਕ ਹੈ। ਕੁਲਦੀਪ ਧਾਲੀਵਾਲ, ਮਿਸਟਰ ਗਰੇਵਾਲ ਨੇ ਕਿਹਾ ਕਿ ਸਿੱਖਾਂ ਸੰਘਰਸ਼ ਹੈ, ਤੁਸੀਂ ਗਰੇਵਾਲ ਸਾਹਿਬ ਦੇ ਇਸ ਬਿਆਨ ਦੀ ਤਾਇਦ ਕਰਦੇ ਹੋ, ਨਾਲ ਹੁੰਦੇ ਉਸ ਬਿਆਨ ਦੇ? ਧਾਲੀਵਾਲ ਸਾਹਿਬ। ਨਹੀਂ ਦੇਖੋ, ਇਹ ਨਹੀਂ ਕਹਿ ਸਕਦੇ ਆਪਾਂ ਵੀ ਇਕੱਲੇ ਸਿੱਖਾਂ ਦਾ ਸੰਘਰਸ਼ ਹੈ। ਮੇਰੇ ਮੁਤਾਬਕ, ਹੈਲੋ ਬੋਲੋ ਤੁਹਾਡੀ ਆਵਾਜ਼ ਆ ਰਹੀ ਹੈ, ਬੋਲੋ।
ਇਹ ਕਿਸਾਨਾਂ ਦਾ ਸੰਘਰਸ਼ ਸੀ। ਠੀਕ ਹੈ, ਕੁਝ ਕਿਸਾਨਾਂ ਮਾਨਯੋਗ ਪ੍ਰਧਾਨ ਮੰਤਰੀ ਨੇ ਵੀ ਇਹ ਗੱਲ ਕਹੀ ਕਿ ਕੁਝ ਕਿਸਾਨਾਂ ਨੂੰ ਅਸੀਂ ਨਹੀਂ ਸਮਝਾ ਸਕੇ। ਉਹਨਾਂ ਨੇ ਵੀ ਸਿੱਖਾਂ ਦਾ ਸ਼ਬਦ ਨਹੀਂ ਵਰਤਿਆ, ਉਹ ਅਸੀਂ ਨਹੀਂ ਸਮਝਾ ਸਕੇ ਤਾਂ ਅਸੀਂ ਭਾਈ ਵਾਪਸ ਲੈਂਦੇ ਹਾਂ। ਤਾਂ ਉਹ ਇਸ ਕਰਕੇ ਸਾਡਾ ਦਾ ਪੁਆਇੰਟ ਕਲੀਅਰ ਹੈ ਬਿਲਕੁਲ। ਚਲੋ ਅੱਜ ਤੁਹਾਡੀ ਲਾਈਨ ਹੋਰ ਹੋ ਗਈ ਹੈ। ਗਰੇਵਾਲ ਆਪਣੇ ਗੁਰਤੇਜ ਸਿੰਘ ਜੀ, ਗਰੇਵਾਲ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਤੁਸੀਂ ਉਹਦੇ ਨਾਲ ਤੁਰੋਗੇ? ਜਥੇਦਾਰ ਸਾਹਿਬ ਨੇ ਜਿਹੜਾ ਉਚਾਰਨ ਕੀਤਾ, ਕਿੰਗਰਾ ਸਾਹਿਬ ਕਹਿੰਦੇ ਉਚਾਰਨ ਕਿਆ ਕਰੋ, ਉਸ ਉਚਾਰਨ ਨਾਲ ਤੁਰੋਗੇ? ਗੁਰਤੇਜ ਸਿੰਘ ਜੀ ਕਿੱਥੇ ਖੜੇ ਹੋ ਤੁਸੀਂ? ਦੇਖੋ ਜੀ, ਗੱਲ ਇਹ ਹੈਗੀ ਕਿ ਆਪਾਂ ਨੂੰ ਦੁਨਿਆਵੀ ਤੌਰ ਦੇ ਉੱਤੇ ਜਥੇਦਾਰ ਨੇ ਆਪਣਾ ਬਿਆਨ ਦਿੱਤਾ ਹੈ ਔਰ ਉਸੇ ਤਰ੍ਹਾਂ ਹੀ ਆਪਾਂ ਨੂੰ ਸਮਝ ਕੇ ਉਸ ਦੇ ਬਾਰੇ ਡਿਸਕਸ਼ਨ ਕਰਨਾ ਚਾਹੀਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਵਾਕਿਆ ਹੀ ਇਹ ਸਿੱਖ ਤੇ ਹਿੰਦੂ ਦਾ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਲੇਕਿਨ ਇਹ ਕੋਸ਼ਿਸ਼ ਖਾਸ ਤੌਰ ਦੇ ਉੱਤੇ ਉਹਨਾਂ ਲੋਕਾਂ ਵੱਲੋਂ ਹੀ ਕੀਤੀ ਗਈ ਹੈ ਜਿਹੜੇ ਲੋਕ ਇਸ ਦੇ ਉੱਤੇ ਇਲਜ਼ਾਮ ਲਾ ਰਹੇ ਨੇ। ਉਹ ਸਰਕਾਰ ਨੇ ਹੀ ਇਹ ਕੋਸ਼ਿਸ਼ ਕੀਤੀ ਹੈ ਕਿ ਇਹ ਹਿੰਦੂ ਵਰਸਸ ਸਿੱਖ ਬਣਾਇਆ ਜਾਵੇ ਔਰ ਇਹਨਾਂ ਦਾ ਇਹ ਜਿਹੜਾ ਰਵੱਈਆ ਹੈ ਇਹ ਪਿਛਲੀਆਂ ਸਰਕਾਰਾਂ ਦਾ ਵੀ ਇਸ ਤਰ੍ਹਾਂ ਹੀ ਸੀ ਔਰ ਇਹਨਾਂ ਨੂੰ ਇਸ ਤੋਂ ਬੜਾ ਇਵਜ਼ਾਨਾ ਮਿਲਿਆ ਹੈ। ਪਿਛਲੇ ਸਮਿਆਂ ਦੇ ਵਿੱਚ ਬਹੁਤ ਸਕਸੈਸ ਹੋਈ ਹੈ ਇਹਨਾਂ ਦੀ, ਹਿੰਦੂ ਸਿੱਖਾਂ ਦਾ ਸਵਾਲ ਬਣਾ ਕੇ ਸਿੱਖਾਂ ਨੂੰ ਇਹ ਕਹਿਣਾ ਕਿ ਜੀ ਤੁਸੀਂ ਹਿੰਦੂਆਂ ਦੇ ਬਰਖਲਾਫ ਇਹ ਸਾਰਾ ਕੁਝ ਕਰ ਰਹੇ ਹੋ ਔਰ ਇਸ ਬਿਨਾਂ ਦੇ ਉੱਤੇ ਹਿੰਦੂਆਂ ਨੂੰ ਭੜਕਾ ਕੇ ਉਹਨਾਂ ਦੀਆਂ ਵੋਟਾਂ ਲੈਣੀਆਂ। ਇਹ ਪਿਛਲੇ ਸਮਿਆਂ ਤੋਂ ਰਾਜੀਵ ਗਾਂਧੀ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਔਰ ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਹੀ ਇਹ ਚੱਲਦਾ ਸੀ। ਸੋ ਇਸ ਹੱਦ ਤੱਕ ਜਥੇਦਾਰ ਸਾਹਿਬ ਨੇ ਠੀਕ ਕਿਹਾ ਹੈ ਕਿ ਜੀ ਇਹ ਹਿੰਦੂ ਸਿੱਖਾਂ ਨੂੰ ਆਪਸ ਦੇ ਵਿੱਚ ਪਾੜ ਕੇ ਤੇ ਇਹ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਸੀ ਤਾਂ ਕਿ ਸਿੱਖਾਂ ਦੇ ਬਰਖਲਾਫ ਜਿਹੜਾ ਕਿਸਾਨਾਂ ਦਾ ਮੋਰਚਾ ਹੈ, ਇਹ ਮੈਂ ਸਮਝਦਾ ਕਿ ਇਹ ਸਾਰੀ ਲੜਾਈ ਕਿਸਾਨਾਂ ਦੀ ਲੜਾਈ ਸੀ। ਇਸ ਦੇ ਵਿੱਚ ਕਿਸਾਨਾਂ ਨੇ ਜਿਹੜੇ ਉਸ ਵੇਲੇ ਉੱਥੇ ਬੈਠੇ ਸੀਗੇ, ਅੱਜ ਵੀ ਹਨਗੇ, ਉਹਨਾਂ ਨੇ ਬਾਰ-ਬਾਰ ਕਲੀਅਰ ਕੀਤਾ ਹੈ ਕਿ ਅਸੀਂ ਲੋਕ ਬਤੌਰ ਕਿਸਾਨ ਲੜ ਰਹੇ ਹਾਂ। ਜਿਸ ਤਰ੍ਹਾਂ ਵੈਸਟਰਨ ਯੂਪੀ ਦੇ ਕਿਸਾਨ ਹੈ, ਸਾਰੇ ਦੇਸ਼ ਦੇ ਕਿਸਾਨ ਇਸ ਦੇ ਨਾਲ ਸਹਿਮਤ ਸਨ ਔਰ ਇਹ ਕਿਸਾਨਾਂ ਦੀ ਲੜਾਈ ਸੀ। ਇਹ ਕੋਈ ਹਿੰਦੂ ਸਿੱਖਾਂ ਦੀ ਜਾਂ ਸਿੱਖਾਂ ਦੀ ਕੱਲਿਆਂ ਦੀ ਲੜਾਈ ਨਹੀਂ ਸੀ। ਫਿਰ ਸਿੱਖਾਂ ਨੇ ਇਸ ਦੇ ਵਿੱਚ ਯੋਗਦਾਨ ਪਾਇਆ। ਜਥੇਦਾਰ ਸਾਹਿਬ ਇਹ ਤਾਂ ਕਹਿ ਸਕਦੇ ਨੇ ਕਿ ਸਿੱਖ ਸਿਧਾਂਤ ਇਸ ਦੇ ਵਿੱਚ ਸਭ ਤੋਂ ਉੱਪਰ ਸੀ। ਇਹ ਗੱਲ ਠੀਕ ਹੈ ਇਹਨਾਂ ਦੀ, ਕਿਉਂਕਿ ਉੱਥੇ ਲੰਗਰ ਚੱਲਣੇ, ਉੱਥੇ ਲੋਕਾਂ ਦਾ ਸਮਰਪਿਤ ਹੋਣਾ, ਉੱਥੇ ਲੋਕਾਂ ਦੀਆਂ ਸ਼ਹੀਦੀਆਂ ਦੇਣੀਆਂ, ਉਹ ਸਿੱਖ ਸਿਧਾਂਤ ਦੇ ਅਨੁਸਾਰ ਹੈ। ਉਹ ਸਿੱਖੀ ਦੇ ਜਿਹੜੇ ਸਿੱਖਾਂ ਦੇ ਮਸਲੇ ਹਨਗੇ ਉਹਨਾਂ ਦੇ ਅਨੁਸਾਰ ਇਹ ਗੱਲ ਨਹੀਂ ਹੈਗੀ। ਸਿੱਖਾਂ ਨੂੰ ਤਾਂ ਕੋਈ ਲੋੜ ਨਹੀਂ ਸੀ, ਜੇ ਉਹ ਕਿਸਾਨ ਨਾ ਹੁੰਦੇ ਤਾਂ ਉਹਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਸੀ। ਸੋ ਇਸ ਕਰਕੇ ਇਸ ਦੇ ਵਿੱਚ ਡਿਸਟਿੰਕਸ਼ਨ ਇੰਨਾ ਕੁ ਆਪਾਂ ਨੂੰ ਕਰ ਲੈਣਾ ਚਾਹੀਦਾ ਹੈ। ਬਾਕੀ ਇਹ ਲੜਾਈ ਸਾਰੇ ਹਿੰਦੁਸਤਾਨ ਦੀ ਸਾਂਝੀ ਸੀ, ਕੇਰਲਾ ਤੋਂ ਔਰ ਬਾਕੀ ਮੁਲਕਾਂ ਤੋਂ, ਬਾਕੀ ਪ੍ਰਦੇਸ਼ਾਂ ਤੋਂ, ਝਾਰਖੰਡ ਤੋਂ, ਹੋਰ ਜਗ੍ਹਾ ਤੋਂ, ਮੱਧ ਪ੍ਰਦੇਸ਼ ਤੋਂ, ਗੁਜਰਾਤ ਤੋਂ ਵੀ ਕਈ ਜਥਿਆਂ ਨੂੰ ਆਉਣ ਤੋਂ ਰੋਕਿਆ ਗਿਆ ਔਰ ਦੂਰੀ ਦੇ ਕਾਰਨ ਕਈ ਲੋਕ ਨਹੀਂ ਆ ਸਕੇ। ਬੰਗਾਲ ਵਾਲਿਆਂ ਨੇ ਪੂਰੀ ਮਦਦ ਕੀਤੀ। ਗੁਰਤੇਜ ਸਿੰਘ ਜੀ ਮੈਂ ਬਿਆਨ ਪੜ੍ਹ ਕੇ ਸੁਣਾਉਣਾ ਸਰ। ਇਨ ਬਿਨ ਜੋ ਜਥੇਦਾਰ ਸਾਹਿਬ ਨੇ ਬੋਲਿਆ ਹੈਗਾ, ਕਿੰਗਰਾ ਸਾਹਿਬ ਕਹਿੰਦੇ ਉਚਾਰਨ ਕੋ ਇਹਨੂੰ, ਉਹ ਲਾਈਨਾਂ ਜਿਹੜੀਆਂ ਹੈਗੀਆਂ ਉਹਦੇ ਮੁਤਾਬਕ ਮੈਨੂੰ ਸਰ ਆਦੀ ਸਟੇਟਮੈਂਟ ਦੇ ਦਿਓ। ਉਹਨਾਂ ਨੇ ਕਿਹਾ ਸਿੱਖਾਂ ਨੇ ਇਸ ਅੰਦੋਲਨ 'ਚ ਤਨਦੇਹੀ ਦੇ ਨਾਲ ਯੋਗਦਾਨ ਪਾਇਆ, ਆਰਥਿਕ ਤੌਰ ਤੇ ਹੋਵੇ ਜਾਂ ਸ਼ਮੂਲੀਅਤ ਦੇ ਰੂਪ ਵਿੱਚ। ਇਹੀ ਕਾਰਨ ਹੈ ਕਿ ਭਾਰਤ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲਾ ਦਿਨ ਚੁਣਿਆ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਲਈ। ਹੁਣ ਬੋਲੋ ਸਰ, ਇਹਦਾ ਮਤਲਬ ਕੀ ਸਰ ਇਹਨਾਂ ਸ਼ਬਦਾਂ ਦਾ? ਉਹ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਜੀ ਇਹ ਸਿੱਖਾਂ ਦੀ ਲੜਾਈ ਵੱਡੀ ਹੋਈ ਸੀ। ਸਿੱਖਾਂ ਨੇ ਸਿੱਖ ਸਿਧਾਂਤ ਦੇ ਅਨੁਸਾਰ ਜ਼ੁਲਮ ਦੇ ਖਿਲਾਫ ਜਾਂ ਗਲਤ ਜਿਹੜਾ ਕਾਨੂੰਨ ਬਣ ਰਿਹਾ ਸੀ ਉਸ ਦੇ ਬਰਖਲਾਫ ਆਪਣਾ ਸਿਰ ਡਾਇਆ ਔਰ ਇਹ ਡਾਇਆ ਜਾਣਾ ਬਣਦਾ ਸੀ, ਕਿਉਂਕਿ ਸਿੱਖੀ ਦਾ ਉਪਦੇਸ਼ ਇਹੀ ਹੈ ਕਿ ਜਿੱਥੇ ਵੀ ਕੋਈ ਮਾੜੀ ਗੱਲ ਹੋਵੇ, ਜਿੱਥੇ ਵੀ ਕੋਈ ਮਾੜੀ ਗੱਲ ਹੋਵੇ, ਜਿੱਥੇ ਵੀ ਕਿਤੇ ਕੋਈ ਲੋਕਾਂ ਦੇ ਉੱਤੇ ਜ਼ੁਲਮ ਤਸ਼ੱਦਦ ਹੋਵੇ, ਉੱਥੇ ਸਿੱਖ ਦਾ ਫਰਜ਼ ਹੈ ਕਿ ਉਹ ਸਭ ਤੋਂ ਪਹਿਲਾਂ ਉਸ ਦੇ ਵਿਰੁੱਧ ਅੜੇ। ਇਹ ਗੱਲ ਠੀਕ ਹੈ ਇਹਨਾਂ ਦੀ ਇਸ ਹੱਦ ਤੱਕ, ਲੇਕਿਨ ਇਹ ਜੇ ਫਰਜ਼ ਕਰੋ ਇਹ ਸਿੱਖ ਕਿਸਾਨ ਨਾ ਹੁੰਦੇ ਤਾਂ ਕੀ ਇਹਨਾਂ ਦਾ ਫਰਜ਼ ਬਣਦਾ ਸੀ ਕਿ ਉੱਥੇ ਜਾ ਕੇ ਇਸ ਤਰ੍ਹਾਂ ਕਿਸੇ ਦੀ ਲੜਾਈ ਦੇ ਵਿੱਚ ਖਾਮਖਾਹ ਦਖਲ ਦੇਣਾ? ਔਰ ਜਿਹੜੀ ਇਹ ਲੜਾਈ ਨੂੰ ਸਿੱਖ ਹਿੰਦੂ ਜਾਂ ਇਸ ਤਰ੍ਹਾਂ ਦੀ ਇੱਕ ਕਮਿਊਨਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਸਰਕਾਰ ਵੱਲੋਂ ਕੀਤੀ ਗਈ ਹੈ। ਸਰਕਾਰ ਦਾ ਆਪਣਾ ਮਕਸਦ ਸੀ ਕਿ ਇਸ ਸੰਘਰਸ਼ ਨੂੰ ਫੇਲ ਕੀਤਾ ਜਾਵੇ ਔਰ
ਕਿਉਂਕਿ ਬਾਕੀ ਪ੍ਰਦੇਸ਼ਾਂ ਦੇ ਲੋਕ ਜਿਹੜੇ ਨਹੀਂ ਆ ਸਕੇ ਦੂਰੀ ਦੇ ਕਾਰਨ, ਉਹਨਾਂ ਦੇ ਬਾਰੇ ਬਾਰ-ਬਾਰ ਇਹ ਸਰਕਾਰ ਕਹਿੰਦੀ ਰਹੀ ਕਿ ਇਹ ਸਾਡੇ ਨਾਲ ਆਣਗੇ। ਨਹੀਂ ਗੁਰਤੇਜ ਸਿੰਘ ਜੀ ਜਥੇਦਾਰ ਸਾਹਿਬ ਦੇ ਸ਼ਬਦਾਂ ਵਿੱਚੋਂ ਤੁਹਾਨੂੰ ਇਉਂ ਤਾਂ ਨਹੀਂ ਲੱਗਦਾ ਕਿ ਉਹ ਇਸ ਪੂਰੇ ਸੰਘਰਸ਼ ਨੂੰ ਸਿੱਖਾਂ ਨਾਲ ਹੀ ਜੋੜਨ ਦੀ ਕੋਸ਼ਿਸ਼ ਕਰ ਰਹੇ ਆ? ਇਉਂ ਤਾਂ ਨਹੀਂ ਲੱਗਦਾ ਤੁਹਾਨੂੰ ਕਿ ਲੱਗਦਾ? ਮੈਨੂੰ ਤਾਂ ਇਹ ਵੀ ਲੱਗਦਾ ਹੈ, ਤੇ ਇਸ ਤੋਂ ਇਲਾਵਾ ਇਹ ਵੀ ਲੱਗਦਾ ਹੈ ਕਿ ਜਥੇਦਾਰ ਸਾਹਿਬ ਸ਼ਾਇਦ ਇਹ ਕਹਿ ਰਹੇ ਹੈ ਕਿ ਜੀ ਇਹ ਜਿਹੜੀ ਲੜਾਈ ਸੀਗੀ ਇਸ ਦੇ ਕਾਰਨ ਬਾਦਲ ਤੇ ਬੀਜੇਪੀ ਦਾ ਬਖੇੜਾ ਪੈ ਗਿਆ, ਇਸ ਕਰਕੇ ਹਿੰਦੂ ਸਿੱਖਾਂ ਨੂੰ ਪਾੜਨ ਵਾਲੀ ਲੜਾਈ ਸੀ। ਸੋ ਇਸ ਨੂੰ ਮੈਂ ਠੀਕ ਨਹੀਂ ਸਮਝਦਾ। ਇਹ ਬਿਲਕੁਲ ਤੁਹਾਨੂੰ ਤੁਸੀਂ ਇਹਦਾ ਸਿਆਸੀ ਮਤਲਬ ਕੱਢ ਰਹੇ ਹੋ ਗੁਰਤੇਜ ਸਿੰਘ ਜੀ? हाँ, मैं सियासी मतलब मैं थोड़ा ब्रेक लगे वापस आऊंगा सर, ब्रेक लगे वापस आऊंगा सर। गुरतेज सिंह जी मैं समझने की कोशिश करूंगा ਤੁਸੀਂ ਇਸ ਦਾ ਸਿਆਸੀ ਮਤਲਬ ਕਿਉਂ ਕੱਢਦੇ ਪਿਓ? ਸਾਜ਼ਿਸ਼ ਦਾ ਜ਼ਿਕਰ ਕੀਤਾ ਜਥੇਦਾਰ ਸਾਹਿਬ ਨੇ, ਜਥੇਦਾਰ ਸਾਹਿਬ ਨੂੰ ਕਿਹੜੀ ਫਿਕਰ ਹੈ? ਗੁਰਤੇਜ ਸਿੰਘ ਜੀ ਕਹਿੰਦੇ ਆ ਕਿ ਇਹਦਾ ਸਿਆਸੀ ਮਤਲਬ ਕੱਢਿਆ ਜਾਣਾ ਚਾਹੀਦਾ। ਕਿਉਂ ਕੱਢਿਆ ਜਾਣਾ ਚਾਹੀਦਾ? ਵਾਪਸ ਆ ਰਿਹਾ। ਕੁਝ ਅਜਿਹੀਆਂ ਧਿਰਾਂ ਵੀ ਸੀ ਜਿਹੜੀਆਂ ਕਿਸਾਨੀ ਦੇ ਇਸ ਮਸਲੇ ਨੂੰ ਕਿ ਸਿੱਖ ਵਰਸਸ ਹਿੰਦੂ ਬਣਾਉਣ ਦਾ ਕੋਝਾ ਯਤਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀ। कुछ किसानों को समझा नहीं पाए। ਕਿਸਾਨ ਸੰਘਰਸ਼ ਨੂੰ ਧਰਮ ਨਾਲ ਜੋੜਨ ਵਾਲੇ ਬਿਆਨਾਂ 'ਚ ਤੇਜ਼ੀ ਕਿਉਂ ਆ ਰਹੀ ਹੈ? ਹਰਦੀਪ ਸਿੰਘ ਕਿੰਗਰਾ, ਜੋ ਗੁਰਤੇਜ ਸਿੰਘ ਹਰੀ ਕਹਿ ਰਹੇ ਆ, ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ? ਜਿਹੜੀ ਉਹ ਗੱਲ ਕਹਿ ਰਹੇ ਆ ਤਾਂ ਸਿਆਸੀ ਮਤਲਬ ਕੱਢਿਆ ਜਾਣਾ ਚਾਹੀਦਾ? ਦੇਖੋ ਇਹਦੇ 'ਚ ਕੇਪੀ, ਮੈਂ ਸਰ ਗੁਰਤੇਜ ਸਿੰਘ ਹੁਣੀ ਬਹੁਤ ਹੀ ਸਤਿਕਾਰਯੋਗ ਨੇ, ਤੇ ਇਹਨਾਂ ਦੀ ਜਿਹੜੀ ਨਾ ਤਾਂ ਮੇਰੀ ਇੰਨੀ ਰਿਸਰਚ ਹੈ ਤੇ ਨਾ ਹੀ ਮੇਰਾ ਇਹਨਾਂ ਤਜਰਬਾ ਜਿੰਨਾ ਇਹਨਾਂ ਦਾ ਤਜਰਬਾ ਹੈਗਾ। ਸੋ ਇਸ ਕਰਕੇ ਕੁਛ ਨਾ ਕੁਛ ਇਹਨਾਂ ਨੇ ਜ਼ਰੂਰ ਵਿਸ਼ਲੇਸ਼ਣ ਕੀਤਾ ਹੋਣਾ ਜਿਹਦੇ ਕਰਕੇ ਐਡਾ ਇਹਨਾਂ ਨੇ ਇਹ ਕੱਢਿਆ ਕਨਕਲੂਜਨ। ਲੇਕਿਨ ਮੈਂ ਇਹਦੇ 'ਚ ਦੋ ਤਿੰਨ ਗੱਲਾਂ ਕਰਨੀਆਂ ਚਾਹੁੰਦਾ ਕਿ ਨਾ ਤਾਂ ਸਾਰੇ ਹਿੰਦੂ ਬੀਜੇਪੀ ਦੇ ਨਾਲ ਹੈ ਤੇ ਨਾ ਹੀ ਸਾਰੇ ਸਿੱਖ ਬੀਜੇਪੀ ਦੇ ਉਲਟ ਹੈ। ਇਹ ਸਾਨੂੰ ਸਮਝ ਲੈਣਾ ਚਾਹੀਦਾ। ਬੀਜੇਪੀ ਇੱਕ ਪੋਲੀਟੀਕਲ ਜਥੇਬੰਦੀ ਹੈ, ਧਰਮ ਦੀ ਠੇਕੇਦਾਰੀ ਨਹੀਂ ਲਈ ਹੋਈ ਉਹਨਾਂ ਨੇ ਕਿਸੇ ਨੇ। ਇਸੇ ਤਰ੍ਹਾਂ ਸਿੱਖਾਂ ਦੇ ਪੋਲੀਟੀਕਲ ਜਥੇਬੰਦੀਆਂ ਨੇ ਧਰਮ ਦੀ ਠੇਕੇਦਾਰੀ ਨਹੀਂ ਲਈ ਹੋਈ ਕਿ ਬਣੀ ਜਾਂਦੇ ਠੇਕੇਦਾਰ। ਪ੍ਰਕਾਸ਼ ਸਿੰਘ ਬਾਦਲ ਹੁਣੀ ਆਪਦੇ ਆਪ ਨੂੰ ਸਿੱਖਾਂ ਦੇ ਠੇਕੇਦਾਰ ਹੈ ਨਹੀਂ ਸਿੱਖਾਂ ਦੇ। ਉਹ ਸਿੱਖਾਂ ਦੀ ਪੋਲੀਟੀਕਲ ਪਾਰਟੀ ਕੋਈ ਵੀ ਹੋ ਸਕਦੀ ਹੈ, ਸਿੱਖ ਪੋਲੀਟੀਕਲੀ ਕਿਤੇ ਵੀ ਅਲਾਈਨ ਹੋ ਸਕਦਾ ਹੈ, ਤੇ ਲੇਕਿਨ ਉਹਦਾ ਧਰਮ ਨਹੀਂ ਬਦਲਦਾ ਜੇ ਤੁਸੀਂ ਕਿਤੇ ਹੋਰ ਅਲਾਈਨ ਹੋ ਜਾਂਦੇ ਹੋ। ਜੇ ਕੱਲ ਨੂੰ ਮੈਂ ਬੀਜੇਪੀ ਜੁਆਇਨ ਕਰ ਲੈਣਾ, ਡੋਂਟ ਰੀਡ ਇਟ ਬਿਟਵੀਨ ਦ ਲਾਈਨਸ, ਤਾਂ ਇਹਦਾ ਇਹ ਤਾਂ ਮਤਲਬ ਨਹੀਂ ਕਿ ਸਿੱਖ ਨਹੀਂ ਹੈਗਾ, ਕਿਉਂਕਿ ਬੀਜੇਪੀ ਇੱਕ ਪੋਲੀਟੀਕਲ ਜਥੇਬੰਦੀ ਹੈ। ਇਸੇ ਤਰ੍ਹਾਂ ਕਾਂਗਰਸ ਇੱਕ ਪੋਲੀਟੀਕਲ ਜਥੇਬੰਦੀ ਹੈ, ਇਸ ਤਰ੍ਹਾਂ ਅਕਾਲੀ ਦਲ ਇੱਕ ਪੋਲੀਟੀਕਲ ਜਥੇਬੰਦੀ ਹੈ। ਹਾਂ, ਗਰੇਵਾਲ ਸਾਹਿਬ ਜਿਹੜੇ ਨੇ ਉਹ ਇੱਕ ਧਾਰਮਿਕ ਜਥੇਬੰਦੀ ਦੇ ਐਸਜੀਪੀਸੀ ਦੀ ਇਲੈਕਸ਼ਨ ਨਹੀਂ ਲੜ ਸਕਦੇ ਜੇ ਤੁਸੀਂ ਉਸ ਤਰੀਕੇ ਦੇ ਨਾਲ ਆਪਦੇ ਆਪ ਨੂੰ ਸਿੱਖੀ ਸਰੂਪ ਆਪਦਾ ਬਰਕਰਾਰ ਨਹੀਂ ਰੱਖਿਆ ਹੋਇਆ। ਉਹ ਇੱਕ ਆਪਣੇ ਆਪ 'ਚ ਕਿਉਂਕਿ ਧਾਰਮਿਕ ਜਥੇਬੰਦੀ ਹੈ, ਉਹਦੇ ਆਪਦੇ ਕਾਨੂੰਨ ਹੈ, ਉਹਦਾ ਆਪਦਾ ਕੋਡ ਹੈ। ਲੇਕਿਨ ਪੋਲੀਟੀਕਲ ਪਾਰਟੀ ਦੇ ਆਪਦੇ ਕੋਡ ਹੈ। ਕਈ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਅਸੀਂ ਸੈਕੂਲਰ ਪੋਲੀਟੀਕਲ ਪਾਰਟੀਆਂ, ਕਈ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਅਸੀਂ ਧਾਰਮਿਕ ਪੋਲੀਟੀਕਲ ਪਾਰਟੀਆਂ। ਲੇਕਿਨ ਟੈਕਨੀਕਲੀ ਕੋਈ ਵੀ ਧਾਰਮਿਕ ਜਥੇਬੰਦੀ ਪੋਲੀਟੀਕਲ ਪਾਰਟੀ ਨਹੀਂ ਬਣ ਸਕਦੀ ਇਸ ਦੇਸ਼ ਦੇ ਵਿੱਚ ਸੰਵਿਧਾਨ ਦੇ ਮੁਤਾਬਕ। ਇਸ ਕਰਕੇ ਜੇ ਲੋਕਾਂ ਦੇਖੋ, ਸਾਡੀ ਡੈਮੋਕ੍ਰੇਸੀ ਬੜੀ ਯੰਗ ਡੈਮੋਕ੍ਰੇਸੀ ਹੈ। ਜਦੋਂ 70 ਸਾਲ ਅਮਰੀਕਾ ਨੂੰ ਆਜ਼ਾਦ ਹੋਏ ਨੂੰ ਹੋਇਆ ਸੀ, ਲਾਸ਼ਾਂ ਪਈਆਂ ਹੁੰਦੀਆਂ ਸੀ ਗਲੀਆਂ 'ਚ ਨਿਊਯਾਰਕ ਸ਼ਹਿਰ ਦੇ ਵਿੱਚ, ਡਾਲਰਾਂ ਵੱਟੇ ਵੋਟਾਂ ਵਿਕਦੀਆਂ ਸੀ। ਕਦੇ ਪੜ੍ਹ ਕੇ ਦੇਖਿਓ, ਕਤਲ ਹੁੰਦੇ ਸੀ ਵੋਟਾਂ ਪਿੱਛੇ। ਰੌਕੀ ਫੈਲਰ ਜਿਹੜੇ ਅਰਗੇ ਬੰਦੇ ਆ, ਉਹ ਪੈਸੇ ਦੇ ਕੇ ਖੜੇ ਕਰਦੇ ਸੀ, ਰਾਸ਼ਟਰਪਤੀ ਹਰਾਉਂਦੇ ਸੀ। ਰੂਸਵੈਲਟ ਨੂੰ ਹਰਾਉਣ ਵਾਸਤੇ ਸਾਰੇ ਅਮੀਰ ਘਰਾਣਿਆਂ ਨੇ ਉੱਥੇ ਜਿਹੜਾ ਉਹ ਜ਼ੋਰ ਲਾਇਆ। ਸਾਡੀ ਯੰਗ ਡੈਮੋਕ੍ਰੇਸੀ ਹੈ, ਇਹ ਮੈਚੁਰ ਹੋ ਰਹੀ ਹੈ, ਲੇਕਿਨ ਇਹਨੂੰ ਮੈਚੁਰਿਟੀ ਤੇ ਘੱਟ ਟਾਈਮ ਲੱਗੇਗਾ। ਅੱਜ ਵੀ ਲੋਕ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਕਿੰਗਰਾ ਸਾਹਿਬ ਦਿਨੋਂ ਦਿਨ ਘੱਟ ਰਹੇ ਹੈ। ਠੀਕ ਕਹਿ ਰਹੇ ਹੋ ਤੁਸੀਂ। ਮੈਂ ਥੋੜਾ ਸਵਾਲ ਸਿੱਧਾ ਕਰ ਲਵਾਂ। ਕਿੰਗਰਾ ਸਾਹਿਬ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਜਥੇਦਾਰ ਸਾਹਿਬ ਨੇ ਜੋ ਕਿਹਾ, ਤੁਹਾਨੂੰ ਕਿਸੇ ਗੱਲ ਤੇ ਕੋਈ ਇਤਰਾਜ਼ ਤਾਂ ਨਹੀਂ ਹੈ, ਕੋਈ ਕਿੰਤੂ ਤਾਂ ਨਹੀਂ ਹੈਗਾ? ਦੇਖੋ ਜੀ, ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਿ ਚੁੱਕਿਆਗਾ, ਮੈਂ ਨਾ ਤਾਂ ਅਕਾਲੀਆਂ ਤੇ ਨਾ ਮੈਂ ਐਸਜੀਪੀਸੀ ਦਾ ਮੈਂਬਰ ਆ, ਪਰ ਜਥੇਦਾਰ ਸਾਹਿਬ ਦੇ ਕਿਸੇ ਵੀ ਬਿਆਨ ਦੇ ਉੱਤੇ ਜਾਂ ਚਰਚਾ ਦੇ ਉੱਤੇ ਮੈਂ ਕਿੰਤੂ ਪਰੰਤੂ ਨਹੀਂ ਕਰ ਸਕਦਾ। ਮੈਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਜਥੇਦਾਰ ਦੇਖੋ, ਜਥੇਦਾਰ ਇੱਕ ਇੰਸਟੀਟਿਊਸ਼ਨ ਹੈ, ਜਥੇਦਾਰ ਇੰਡੀਵਿਜੂਅਲ ਨਹੀਂ ਹੈ। ਅਸੀਂ ਕੋਈ ਦੇਖੋ, ਕਦੇ ਵੀ ਕੋਈ ਇੰਡੀਵਿਜੂਅਲ ਜਿਹੜਾ ਉਹ ਮਾੜਾ ਆ ਸਕਦਾ ਕਿਸੇ ਥਾਂ ਦੇ ਉੱਤੇ। ਇਸ ਕਰਕੇ ਉਸ ਇੰਸਟੀਟਿਊਸ਼ਨ ਨੂੰ ਅਸੀਂ ਮਾੜਾ ਕਹਿ ਸਕਦੇ। ਠੀਕ ਹੈ ਕਿੰਗਰਾ ਸਾਹਿਬ, ਠੀਕ ਹੈ। ਤੁਸੀਂ ਜਿਹੜੀ ਗੱਲ ਕਹਿ ਰਹੇ ਕਿੰਗਰਾ ਸਾਹਿਬ ਇਹ ਕਿਸਾਨ ਲੌਂਗ ਲਿਵ ਦਾ ਕਿੰਗ ਹੈ ਨਾ, ਲੌਂਗ ਲਿਵ ਦੀ ਜਥੇਦਾਰ ਆਫ ਅਕਾਲ ਤਖਤ। ਬਸ ਕਿੰਗਰਾ ਸਾਹਿਬ, ਕਿਸਾਨ ਸੰਘਰਸ਼ ਸਿੱਖਾਂ ਦਾ ਅੰਦੋਲਨ ਹੈ ਜਾਂ ਕਿਸਾਨਾਂ ਅੰਦੋਲਨ ਹੈ? ਦੇਖੋ ਜੀ, ਹਰ ਕਿਸਾਨ ਇੱਕ ਜੈਨਰਿਕ ਟਰਮ ਹੈ, ਕਿਸਾਨ ਸਪੈਸਿਫਿਕ ਟਰਮ ਨਹੀਂ ਹੈ। ਕਿਸਾਨ ਹਿੰਦੂ ਵੀ ਹੋ ਸਕਦਾ ਹੈ, ਕਿਸਾਨ ਮੁਸਲਮਾਨ ਵੀ ਹੋ ਸਕਦਾ ਹੈ, ਕਿਸਾਨ ਕਾਂਗਰਸੀ ਵੀ ਹੋ ਸਕਦਾ ਹੈ, ਕਿਸਾਨ ਸਿੱਖ ਵੀ ਹੋ ਸਕਦਾ ਹੈ, ਕਿਸਾਨ ਕ੍ਰਿਸਚੀਅਨ ਵੀ ਹੋ ਸਕਦਾ ਹੈ, ਕਿਸਾਨ ਹਿੰਦੂ ਵੀ ਹੋ ਸਕਦਾ ਹੈ। ਸੋ ਕਿਸਾਨਾਂ ਦਾ ਸੰਘਰਸ਼ੀ ਕਿਸਾਨ ਜੈਨਰਿਕ ਟਰਮ ਹੈ। ਦਿੱਲੀ ਸਾਡੇ ਨੇੜੇ ਹੈ, ਚਲੋ ਦਿੱਲੀ ਵੈਸਟਰਨ ਯੂਪੀ ਦੇ ਨੇੜੇ ਹੈ, ਅਸੀਂ ਜਾ ਕੇ ਡੇਰੇ ਲਾ ਲਏ ਆਪਦੇ ਵਾਲੇ ਪਾਸੇ। ਵੈਸਟਰਨ ਯੂਪੀ ਚ ਲੋਕਾਂ ਨੇ ਟਕੈਤ ਹੋਰਾਂ ਨੇ ਆਪਦੇ ਵਾਲੇ ਪਾਸੇ ਡੇਰੇ ਲਾ ਲਏ, ਹਰਿਆਣੇ ਵਾਲਿਆਂ ਨੇ ਆਪਦੇ ਆਪ। ਠੀਕ ਹੈ ਕਿੰਗਰਾ ਸਾਹਿਬ, ਵਾਪਸ ਆ ਜਾਊਗਾ ਸਰ। ਕਿੰਗਰਾ ਸਾਹਿਬ ਵਾਪਸ ਆ ਜਾਊਗਾ। ਇਹ ਤਾਂ ਇਹਦੇ ਵਿੱਚ ਇਹ ਵੱਖਰੀ ਗੱਲ ਦੇਖੋ, ਆਜ਼ਾਦੀ ਕਿਹੜਾ ਕੱਲੇ ਭਾਰਤ ਨੂੰ, ਭਾਰਤ ਸਿੱਖ ਸਭ ਤੋਂ ਵੱਧ ਮਰੇ ਆਜ਼ਾਦੀ ਚ। ਕਿਉਂ ਬਈ? ਸਾਡੇ ਕੋਲ ਤਖਤੇ 'ਚ ਹੱਥ ਆਇਆ ਸੀਗਾ,
ਸਿੱਖ ਜਿਹੜੇ ਨੇ ਉਹ ਹਮੇਸ਼ਾ ਮੂਹਰੇ ਲੱਗਦੇ। ਸਰਦਾਰ ਦਾ ਮਤਲਬ ਹੁੰਦਾ ਲੀਡਰ। ठीक है सर, ठीक है सर, किंगरा साहब ठीक है सर, मैं आ जाऊंगा सर, वापस आ जाऊंगा सर, बहुत वक्त ले लिया तुमसे आज मेरे को, मैं आ रहा सर, वापस आ रहा सर। गरेवाल साहब ਜਿਹੜੀ ਗੱਲ ਮਿਸਟਰ ਗੁਰਤੇਜ ਸਿੰਘ ਹਰੀ ਕਹਿ ਰਹੇ ਆ, ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ? ਵੈਸੇ ਤਾਂ ਤੁਹਾਡੇ ਲਈ ਇਤਫਾਕ ਰੱਖਣਾ ਔਖਾ, ਜਿਹੜੀ ਗੱਲ ਇਹਨਾਂ ਨੇ ਕਹੀ ਜਾਂਦਾ ਸਿਆਸੀ ਮਤਲਬ ਵੀ ਸਮਝਣਾ ਚਾਹੀਦਾ। गरेवाल ਸਾਹਿਬ ਤੁਸੀਂ ਵਿਰੋਧ ਕਰੋਗੇ ਗੁਰਤੇਜ ਸਿੰਘ ਦੀ ਇਸ ਸਟੇਟਮੈਂਟ ਦਾ? ਤੁਹਾਡੀ ਆਵਾਜ਼ ਨਹੀਂ ਆ ਰਹੀ, ਅਨਮਿਊਟ ਕਰ ਲਓ ਪਲੀਜ਼। हाँ बोलो 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 बोलो, आ रही बोलो। हाँ। अनम्यूट कर लो प्लीज, अनम्यूट कर लो, थोड़ी आवाज नहीं आ रही गरेवाल साहब। नहीं आ रही, थोड़ी आवाज नहीं आ रही गरेवाल साहब, हज तक आवाज नहीं आई मेरे को। केपी उन्होंने म्यूट किया होया, इत्थे दिख रहा सानू म्यूट किया उन्होंने। गरेवाल साहब अनम्यूट कर लो प्लीज। मैं हाँ बोलो बोलो, हुण आ रही है आवाज। हाँ बोलो बोलो बोलो, आ रही है आवाज, हुण आ रही है, बोलो ਤੁਸੀਂ ਨਾ ਮੋਸ਼ਨ बोलो बोलो ਮੋਸ਼ਨ ਹੀ ਮਾਰ ਦਿੰਦੇ ਹੋ। बोलो बोलो बोलो। ਦੇਖੋ ਗੱਲ ਇਹ ਆ ਕੇਪੀ ਜੀ, ਜਿਹੜਾ ਤੁਸੀਂ ਮੇਰੇ ਮੂੰਹ ਵਿੱਚ ਪਾਇਆ ਨਾ ਕਿ ਇਹ ਸਿੱਖਾਂ ਦਾ ਅੰਦੋਲਨ ਕਿਸਾਨਾਂ ਦਾ ਨਹੀਂ, ਮੈਂ ਇਹ ਗੱਲ ਨਹੀਂ ਕਹੀ। ਜਿਹੜੇ ਪੰਜਾਬ ਦੇ ਅੰਦਰ ਜਿਹੜੀ ਖੇਤੀ ਆ ਉਹਦੇ ਚ ਬਹੁਤ ਗਿਣਤੀ ਨਹੀਂ, ਮੈਂ ਸਮਝਦਾ ਕਿ 90% ਸਿੱਖ ਖੇਤੀ ਕਰਦੇ ਆ। ਸਿੱਖਾਂ ਦੇ ਜਿਹੜਾ ਕਾਨੂੰਨ, ਇਹ ਪੰਜਾਬ ਦੇ ਕਾਨੂੰਨ ਲਾਗੂ ਕੀਤਾ ਗਿਆ, ਉਹਦੇ ਨਾਲ ਸਾਡੇ ਹਰਿਆਣਾ ਵੀ ਆ, ਉੱਥੇ ਵੀ ਬਹੁਤ ਗਿਣਤੀ ਸਿੱਖ ਆ। सर गरेवाल साहब पहला तो मैं साफ करदा सर, मैं कोई शब्द मुंह च नहीं पाਉਂਦਾ। गरेवाल साहब बोलो सर, ਤੁਹਾਡੀ ਗੱਲ ਹੀ ਸੁਣੂਗਾ सर, ਤੁਹਾਡੀ ਗੱਲ ਹੀ ਸੁਣੂਗਾ ਸਰ, ਤੁਹਾਡੀ ਗੱਲ ਹੀ ਸੁਣੂਗਾ गरेवाल साहब, ਤੁਹਾਡੀ ਗੱਲ ਹੀ ਸੁਣ ਰਿਹਾ ਸਰ, ਪਰ ਮੈਂ ਕੋਈ ਸ਼ਬਦ ਸਰ ਮੂੰਹ ਚ ਨਹੀਂ ਪਾਉਂਦਾਗਾ। ਪਹਿਲੀ ਗੱਲ ਤਾਂ ਸਰ ਤੁਸੀਂ ਇੰਨੇ ਤਜਰਬੇਕਾਰ ਹੋ, ਇੰਨਾ ਤੁਹਾਡਾ ਤਜਰਬਾ ਸਿਆਸਤ ਦੇ ਵਿੱਚ ਆ, ਧਾਰਮਿਕ ਜਥੇਬੰਦੀਆਂ ਦੇ ਨਾਲ ਹੈ ਸਰ, ਮੈਂ ਕਿਵੇਂ ਤੁਹਾਡੇ ਮੂੰਹ ਚ ਸ਼ਬਦ ਪਾ ਸਕਦਾ गरेवाल साहब? हाँ बोलो नहीं बोलो सर, बोलो बोलो गरेवाल साहब, बोलो बोलो बोलो। ਹੁਣ ਮੈਂ ਬੇਨਤੀ ਤੁਹਾਨੂੰ ਇਹ ਕਰਦਾ ਕਿ ਮੈਂ ਤਾਂ ਇਹ ਗੱਲ ਕਹੀ ਆ ਤੇ ਜਥੇਦਾਰ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਇਹ ਜਿਹੜਾ ਸੰਘਰਸ਼ ਸੀ ਇਹ ਸਿੱਖ ਜਜ਼ਬੇ ਨਾਲ ਲੜਿਆ ਗਿਆ, ਇਤਿਹਾਸ ਦੀ ਰੋਸ਼ਨੀ 'ਚ ਲੜਿਆ ਗਿਆ। ਹੁਣ ਮੈਨੂੰ ਇਹ ਦੱਸੋ, ਇੱਕ ਗੱਲ ਮੈਂ ਸਤਿਕਾਰ ਕਰਦਾ ਸਰਦਾਰ ਗੁਰਤੇਜ ਸਿੰਘ ਜੀ ਦਾ, ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮੈਨੂੰ ਵੀ ਨਹੀਂ ਪਛੀ ਇਹਨਾਂ ਦੀ ਗੱਲ, ਕਿਉਂਕਿ ਇਹ ਗੱਲ ਤਾਂ ਆਪਾਂ ਜਿਹੜੀ ਆ ਸਿੱਖ ਸਿਧਾਂਤਾਂ ਦੀ ਕਰ ਰਹੇ ਆ, ਜਥੇਦਾਰ ਸਾਹਿਬ ਦੀ ਕੀਤੀ ਦੀ ਗੱਲ ਕਰਦੇ ਆ। ਕਿੰਗਰਾ ਸਾਹਿਬ ਦਾ ਮੈਂ ਸਤਿਕਾਰ ਕਰਦਾ, ਬਹੁਤ ਸਪਸ਼ਟ ਸ਼ਬਦਾਂ 'ਚ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਪ੍ਰਤੀ ਆਪਣਾ ਜਿਹੜਾ ਸਤਿਕਾਰ ਭੇਟ ਕੀਤਾ। ਇਸ ਜਗ੍ਹਾ ਦੇ ਵਿੱਚ, ਇਸ ਬਿਆਨ ਦੇ ਵਿੱਚ ਨਾ ਦਾ ਬੀਜੇਪੀ ਆ ਤੇ ਨਾ ਬਾਦਲ ਆ, ਇਸ ਗੱਲ ਦਾ ਰੌਲਾ ਨਹੀਂ। ਹੁਣ ਮੈਨੂੰ ਦੱਸੋ, ਤੁਸੀਂ ਵੱਧ ਪੜ੍ਹੇ ਹੋ, ਸਰਦਾਰ ਗੁਰਤੇਜ ਸਿੰਘ ਜੀ ਨੂੰ ਵੀ ਮੈਨੂੰ ਉਸ ਕੀ ਨਾ ਜਿਹੜਾ ਬੀਜੇਪੀ ਦਾ ਲਾਇਆ ਗਵਰਨਰ ਆ, ਉਹਦਾ ਮੈਨੂੰ ਨਾਂ ਨਹੀਂ ਪਤਾ, ਤੁਹਾਨੂੰ ਨਾ ਪਤਾ ਹੋਏਗਾ। ਉਹਨੇ ਬਿਆਨ ਜਾਰੀ ਕੀਤਾ, ਲੋਕਾਂ ਦੇ ਵਿੱਚ ਬੋਲ ਕੇ ਗੱਲ ਕਹੀ ਆ, ਉਹ ਕਹਿੰਦਾ ਸਿੱਖਾਂ ਨਾਲ ਪੰਗਾ ਨਾ ਲਓ। ਸਰ ਨਹੀਂ, ਕਿਹੜਾ ਗਵਰਨਰ ਤੁਹਾਨੂੰ ਪਸੰਦ ਹੈ गरेवाल साहब? गरेवाल साहब ਕਿਹੜਾ ਗਵਰਨਰ ਪਸੰਦ ਹੈ ਤੁਹਾਨੂੰ, ਕਲਰਾਜ ਮਿਸ਼ਰਾ ਜਾਂ ਸੱਤਿਆਪਾਲ ਮਲਿਕ? ਸੱਤਿਆਪਾਲ ਮਲਿਕ ਕਿਹੜਾ ਗਵਰਨਰ ਪਸੰਦ ਹੈ? ਬੋਲਿਆ ਜੀ ਸ਼ਾਇਦ ਮੈਨੂੰ ਲੱਗਦਾ ਕਲਰਾਜ ਮਿਸ਼ਰਾ ਹੀ ਸੀਗੇ। ਨਹੀਂ ਜਿਹੜਾ ਬਿਆਨ ਤੁਸੀਂ ਕਹਿ ਰਹੇ ਹੋ ਸੱਤਿਆਪਾਲ ਮਲਿਕ ਬੋਲ ਰਹੇ ਹੋ? ਮਲਿਕ ਦਾ ਕਿਸੇ ਨੇ ਵੀ ਕਿਹਾ ਜੀ, ਮੈਂ ਗਵਰਨਰ ਨੇ ਕਿਹਾ, ਹਿੰਦੁਸਤਾਨ ਦੇ ਗਵਰਨਰ ਨੇ, ਉਹਨੇ ਭਾਰਤੀ ਜਨਤਾ ਪਾਰਟੀ ਨੂੰ ਇਹ ਗੱਲ ਸਮਝਾਈ ਕਿ ਤੁਸੀਂ ਪੰਗਾ ਨਾ ਲਓ। ਹੁਣ ਦੇਖੋ, ਮੈਂ ਕਿਸੇ ਵੀ ਧਰਮ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦਾ। ਹੁਣ ਇਸੇ ਹਿੰਦੁਸਤਾਨ ਦੇ ਵਿੱਚ 18 ਕਰੋੜ ਮੁਸਲਮਾਨ ਵੱਸਦਾ, ਤੇ ਉੱਥੇ 370 ਧਾਰਾ ਦੇ ਖਿਲਾਫ ਨਹੀਂ ਗੱਲ ਬਣੀ। ਇੱਥੇ ਇੰਨਾ ਵੱਡੇ ਤੇ ਮੁਸਲਮਾਨ ਵੱਸਦਾ, ਉਹਦੇ ਘਰ ਦੇ ਵਿੱਚ ਸਿਰ ਲਾਈ ਬੀਜੇਪੀ ਨੇ। ਗੁੱਸਾ ਨਾ ਕਰਨ, ਧਾਲੀਵਾਲ ਸਾਹਿਬ ਬੈਠੇ ਆ, 3 ਤਲਾਕ ਦਾ ਮਸਲਾ ਬਣਿਆ, ਉਸ ਗੱਲ ਨੂੰ ਕਿਸੇ ਵੀ ਤਰ੍ਹਾਂ ਲੜਾਈ ਨਹੀਂ ਲੜੀ ਗਈ। ਅੱਜ ਭਾਵੇਂ ਲੋਕ ਕਹਿੰਦੇ ਅਸੀਂ 370 ਦੀ ਗੱਲ ਕਰਾਂਗੇ, ਇਹ ਜੇ ਲੜਾਈ ਇਸ ਸਿਖਰ ਤੇ ਪਹੁੰਚੀ ਆ। ਹੁਣ ਤੁਸੀਂ ਮੈਨੂੰ ਇਹ ਦੱਸੋ, ਮੈਂ ਇਹ ਗੱਲ ਪਹਿਲਾਂ ਕਹੀ ਆ ਕਿ ਸਤਿਕਾਰ ਸਾਰੇ ਕਿਸਾਨਾਂ ਦਾ ਕਰਦੇ ਆ, ਜਿਹੜੇ ਕਿਸਾਨਾਂ ਉਹਦੀ ਕਿਰਤ ਕਰਦੇ ਆ, ਪਰ ਇਹ ਸੰਘਰਸ਼ ਸਿੱਖੀ ਜਜ਼ਬੇ ਨਾਲ ਲੜਿਆ ਗਿਆ। ਚਲੋ ਜਿਹੜੀ ਇਹ ਗੱਲ ਤੁਸੀਂ ਚਲੋ ਮੈਨੂੰ ਇੱਕ ਚੀਜ਼ ਹੋਰ ਦੱਸੋ गरेवाल साहब, ਇੱਕ ਮਿੰਟ ਕਰ ਲਓ। गरेवाल साहब ਪੈਸਾ ਕਿਹਨੇ ਲਾਇਆ? ਲੋਕ ਕਿੰਨੀ ਵੱਡੀ ਗਿਣਤੀ ਸਿੱਖ ਉੱਥੇ ਗਏ, ਸਿੱਖ ਜਜ਼ਬੇ ਉੱਥੇ ਨਿਹੰਗ ਸਿੰਘਾਂ ਨੇ ਉੱਥੇ ਜਾ ਕੇ ਆਪਣਾ ਜਿਹੜੇ गरेवाल साहब ਮੈਨੂੰ ਇੱਕ गरेवाल साहब ਇੱਕ ਸਵਾਲ ਦਾ ਜਵਾਬ ਦੇ ਦਿਓ ਨਾ। गरेवाल साहब ਇੱਕ ਸਵਾਲ ਦਾ ਜਵਾਬ ਦੇ ਦਿਓ ਨਾ। गरेवाल साहब ਇੱਕ ਸਵਾਲ ਦਾ ਜੋਗਿੰਦਰ ਜਾਦਵ ਵਰਗੇ ਲੋਕ ਜੋ ਦੱਸੋ ਜੀ। गरेवाल साहब ਇੱਕ ਸਵਾਲ ਦਾ ਜਵਾਬ ਦੇ ਦਿਓ ਨਾ। ਮੈਂ ਵੀ ਸਮਝਣਾ ਚਾਹੁੰਦਾ ਸਰ, ਤੁਸੀਂ ਇੰਨੀਆਂ ਤਜਰਬੇਕਾਰ ਲੋਕ ਬੈਠੇ ਹੋ ਮੇਰੇ ਸਾਹਮਣੇ ਸਰ, ਮੈਂ ਸਮਝ ਜਾਊਂਗਾ। ਅੱਜ ਤਾਂ ਮੈਂ ਵੀ ਸ਼ਾਇਦ ਤਰਜਮਾ ਥੋੜਾ ਜਿਹਾ ਗੁਰੂ ਨਾਨਕ ਪਾਤਸ਼ਾਹ ਕਿੰਦੇ ਹੈਗੇ ਆ ਗੁਰੂ? ਉਹ ਕਿੰਦੇ ਗੁਰੂ ਹੈ? ਸਾਂਝੀ ਵਾਲਤਾ ਦੀ ਤੇ ਜੇ ਸਾਂਝੀ ਵਾਲਤਾ ਦੇ ਗੁਰੂ ਠੀਕ ਹੈ गरेवाल साहब ਅੱਗੇ ਵੀ ਸਮਝਾ ਦਿਓ ਮੈਨੂੰ ਥੋੜਾ ਜਿਹਾ, ਮੈਂ ਸਮਝਣਾ ਚਾਹੁੰਦਾ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜੇ ਐਲਾਨ ਹੋਇਆ ਤਾਂ ਉਹ ਕਿਸ ਲਈ ਐਲਾਨ ਹੋਇਆ? ਸਿੱਖਾਂ ਲਈ ਐਲਾਨ ਹੋਇਆ, ਕਿਸਾਨਾਂ ਲਈ ਹੋਇਆ,
ਸਰਬੱਤ ਦੇ ਭਲੇ ਲਈ ਹੋਇਆ, ਕਿੰਦੇ ਲਈ ਹੋਇਆ ਸਰ? ਦੇਖੋ ਜੀ, ਸਰਬੱਤ ਸਿੰਘ ਸਾਹਿਬ ਦਾ ਬਿਆਨ ਹੈ, ਦੇਖੋ ਕਿੰਨੀ ਖੁਸ਼ੀ ਆ। ਉਹਨਾਂ ਨੇ ਆਖਿਆ ਵੀ ਇਸ ਮੋਰਚੇ ਨੂੰ ਬਦਨਾਮ ਕਰਨ ਲਈ ਖਾਲਿਸਤਾਨੀ ਕਿਹਾ, ਕਿਹਨੇ ਕਿਹਾ? ਨਹੀਂ ਉਹ ਠੀਕ ਹੈ ਗਰੇਵਾਲ ਸਾਹਿਬ, ਮੈਨੂੰ ਥੋੜਾ ਸਮਝਾ ਦਿਓ ਸਰ। ਗਰੇਵਾਲ ਸਾਹਿਬ ਮੈਂ ਤਾਂ ਸਮਝਣਾ ਚਾਹ ਰਿਹਾ ਸਰ। ਮੈਂ ਉੱਥੇ ਹੀ ਤੁਹਾਨੂੰ ਸਮਝਾ ਰਿਹਾ ਮਹਾਰਾਜ, ਸਮਝਿਆ ਹੁਣ ਤਾਂ ਸਮਝਾਉਣ ਦੀ ਲੋੜ ਨਹੀਂ ਹੁੰਦੀ। ਖਾਲਿਸਤਾਨੀ ਕਿਹਾ, ਵੱਖਵਾਦੀ ਕਿਹਾ, ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਸਿੰਘ ਸਾਹਿਬ ਨੇ ਉਹੀ ਗੱਲ ਕਹੀ ਆ ਨਾ ਕਿ ਇਹਨੂੰ ਹਿੰਦੂ ਵਰਸਸ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹ ਮੋਰਚਾ ਕਮਜ਼ੋਰ ਹੋ ਸਕੇ। ਚਲੋ ਇਹ ਗੱਲਾਂ ਨੂੰ ਥੋੜਾ ਵਿਸ਼ਲੇਸ਼ਣ ਕਰੋ। ਚਲੋ ਮੈਂ ਠੀਕ ਆ, ਪਰ ਅਖੀਰ ਦੇ ਵਿੱਚ 10ਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਵੱਖਰਾ ਇਹਦਾ ਸਿਧਾਂਤ ਦਿੱਤਾ। ਉਸ ਸਿਧਾਂਤ ਦੇ ਕਿਹਨੇ ਇਤਿਹਾਸ ਦੀ ਰੋਸ਼ਨੀ ਵਿੱਚ, ਸਿਧਾਂਤ ਦੀ ਅਗਵਾਈ ਵਿੱਚ ਸਿੱਖਾਂ ਨੇ ਸੰਘਰਸ਼ ਲੜਿਆ। ਚਲੋ ਠੀਕ ਹੈ ਸਰ, ਸਿਰਫ ਸਾਡੀ ਇਹ ਗੱਲ ਕਹਿਣ ਵਾਲੀ ਹੈ। ਚਲੋ ਮੈਂ ਵਾਪਸ ਆ ਜਾਣਾ। ਗੁਰਤੇਜ ਸਿੰਘ ਜੀ ਤੁਸੀਂ ਜਿਹੜਾ ਬਿਆਨ ਦੇ ਰਹੇ ਹੋ ਕਿ ਇਸ ਨੂੰ ਸਿਆਸੀ ਮਤਲਬ ਸਮਝਣਾ ਚਾਹੀਦਾ, ਕਿਉਂ ਸਰ ਸਮਝਣਾ ਚਾਹੀਦਾ? ਗੁਰਤੇਜ ਸਿੰਘ ਜੀ ਸਾਰੇ ਕਹਿ ਰਹੇ ਜਥੇਦਾਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਜਾਂ ਜਿਹੜਾ ਉਚਾਰਨ ਕੀਤਾ ਉਹ ਉਸ ਤਹਿਤ ਕੀਤਾ ਹੈ ਕਿ ਇੱਕ ਸਾਜ਼ਿਸ਼ ਸੀ, ਜਿਹੜੀ ਸਾਜ਼ਿਸ਼ ਰੁਕ ਗਈ ਆ ਹੁਣ। ਨਹੀਂ ਦੇਖੋ, ਜਥੇਦਾਰ ਸਾਹਿਬ ਦਾ ਬਿਆਨ ਜਿਹੜਾ ਹੈਗਾ ਉਸ ਦੇ ਵਿੱਚ ਕਈ ਪਹਿਲੂ ਹਨਗੇ, ਉਹਨਾਂ ਸਾਰੇ ਪਹਿਲੂਆਂ ਨੂੰ ਸਮਝ ਕੇ ਫਿਰ ਗੱਲ ਕਰਨੀ ਪਏਗੀ। ਪਹਿਲੀ ਗੱਲ ਤਾਂ ਇਹ ਹੈਗੀ ਕਿ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੇ ਉੱਤੇ ਜੇ ਇਸ ਨੂੰ ਵਾਪਸ ਲਿਆ ਗਿਆ ਕਾਨੂੰਨਾਂ ਨੂੰ, ਤਾਂ ਕੀ ਉਹ ਸਿੱਖਾਂ ਵਾਸਤੇ ਲਿਆ ਗਿਆ? ਕੀ ਗੁਰੂ ਨਾਨਕ ਸਾਹਿਬ ਜਗਤ ਗੁਰੂ ਨਹੀਂ ਹਨਗੇ? ਕੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸਾਰੇ ਸੰਸਾਰ ਦੇ ਵਾਸਤੇ ਨਹੀਂ ਹੈ? ਕੀ ਜਿਹੜੇ ਇਹ ਲੋਕ ਉੱਥੇ ਕਿਸਾਨ ਬੈਠੇ ਸਨ, ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਸਤਿਕਾਰ ਨਹੀਂ ਕੀਤਾ? ਇਹ ਗੱਲ ਜਥੇਦਾਰ ਸਾਹਿਬ ਦੀ ਦੇ ਬਿਆਨ ਦੇ ਵਿੱਚ ਬਹੁਤ ਹੀ ਸਪਸ਼ਟ ਨਹੀਂ, ਬਲਕਿ ਥੋੜੀ ਜੀ ਕੋਣ ਵਾਲੀ ਵੀ ਹੈਗੀ। ਸੋ ਦੂਸਰੀ ਗੱਲ ਇਹ ਹੈ ਕਿ ਜਿਹੜਾ ਉਹ ਪਾੜਾ ਪਾ ਰਹੇ ਸੀਗੇ, ਉਹ ਹਿੰਦੂ ਸਿੱਖਾਂ ਦੇ ਵਿੱਚ ਕਿਉਂ ਪਾ ਰਹੇ ਸੀ? ਉਸ ਦੇ ਦੋ ਕਾਰਨ ਸੀਗੇ। ਇੱਕ ਤਾਂ ਇਹ ਜਿਵੇਂ ਇਹ ਜਥੇਦਾਰ ਸਾਹਿਬ ਨੇ ਸਮਝਿਆ ਹੋਣਾ ਸ਼ਾਇਦ ਕਿ ਜੀ ਇਹ ਬਾਦਲ ਤੇ ਬੀਜੇਪੀ ਦੇ ਵਿੱਚ ਪਾੜਾ ਪਾਉਣਾ ਚਾਹੁੰਦੇ ਸੀਗੇ, ਲੇਕਿਨ ਉਹ ਤਾਂ ਸਰਕਾਰ ਨਹੀਂ ਸੀ ਚਾਹੁੰਦੀ, ਉਹ ਤਾਂ ਦੂਸਰੇ ਲੋਕ ਚਾਹੁੰਦੇ ਸੀਗੇ। ਜਿਹੜਾ ਇਹ ਸਰਕਾਰ ਚਾਹੁੰਦੀ ਸੀ ਉਹ ਇਸ ਵਾਸਤੇ ਚਾਹੁੰਦੀ ਸੀ ਕਿ ਸਿੱਖਾਂ ਦੇ ਬਰਖਲਾਫ ਇਹ ਹੁਣ ਤੱਕ ਇਸ ਹਿੰਦੂ ਸੈਂਟੀਮੈਂਟ ਨੂੰ ਉਭਾਰ ਕੇ ਬਹੁਤ ਫਾਇਦਾ ਉਠਾਉਂਦੀ ਆਈਆਂ ਹਨ ਸਰਕਾਰਾਂ, ਔਰ ਉਸੇ ਲੀਹ ਦੇ ਉੱਤੇ ਉਹ ਚੱਲੇ ਸਨ। ਜਿਹੜਾ ਇਹ ਕਹਿੰਦੇ ਨੇ ਕਿ ਜੀ ਇਸ ਸਿੱਖ ਸੰਘਰਸ਼ ਸੀ, ਸਿੱਖ ਸੰਘਰਸ਼ ਇਸ ਹੱਦ ਤੱਕ ਸੀ ਕਿ ਸਿੱਖੀ ਦੇ ਅਸੂਲਾਂ ਨੂੰ ਸਿੱਖ ਲੈ ਕੇ ਉੱਥੇ ਗਏ, ਸਾਰਿਆਂ ਨੂੰ ਚੰਗੇ ਲੱਗੇ, ਸਾਰਿਆਂ ਨੇ ਉਹਨਾਂ ਦੇ ਅਨੁਸਾਰ, ਕਿਉਂਕਿ ਉਹ ਅਸੂਲ ਮਾਨਵਤਾ ਦੇ ਅਸੂਲ ਹਨ, ਸਿੱਖੀ ਦਾ ਕੋਈ ਉਹਦੇ ਉੱਤੇ ਕੋਈ ਕਾਪੀਰਾਈਟ ਨਹੀਂ ਕਰਵਾਇਆ ਹੋਇਆ। ਗੁਰੂ ਨਾਨਕ ਸਾਹਿਬ ਸਾਰੇ ਸੰਸਾਰ ਵਾਸਤੇ ਆਏ ਸਨ, ਸਾਰੇ ਸੰਸਾਰ ਦਾ ਉਹਨਾਂ ਨੇ ਭ੍ਰਮਣ ਕੀਤਾ ਹੈ, ਔਰ ਸਾਰੇ ਸੰਸਾਰ ਦੇ ਉੱਤੇ ਉਹਨਾਂ ਦੇ ਜਿਹੜੇ ਇਹ ਅਸੂਲ ਹਨ ਯੂਐਨਓ ਦੇ ਚਾਰਟਰ ਦੇ ਵਿੱਚ ਵੀ ਇਹ ਸਾਰੀ ਜਗ੍ਹਾ ਦੇ ਉੱਤੇ ਮੰਨੇ ਜਾਂਦੇ ਨੇ। ਸੋ ਇਸ ਨੂੰ ਇੱਕ ਸੰਪਰਦਾਇਕ ਜਾਂ ਇਸ ਨੂੰ ਇਸ ਤਰ੍ਹਾਂ ਦਾ ਰੰਗ ਦੇਣਾ ਇਸ ਵੇਲੇ ਠੀਕ ਨਹੀਂ ਸੀ। ਬਾਕੀ ਜੇ ਫਰਜ਼ ਕਰੋ ਦੂਸਰੇ ਪ੍ਰਦੇਸ਼ਾਂ ਦੇ ਕਿਸਾਨ ਉੱਥੇ ਨਾ ਆਏ ਹੁੰਦੇ ਤੇ ਇਕੱਲੇ ਸਿੱਖਾਂ ਦਾ ਸੰਘਰਸ਼ ਹੁੰਦਾ ਤਾਂ ਇਹ ਯਕੀਨਨ ਫੇਲ ਹੋ ਜਾਣਾ ਸੀ, ਕਿਉਂਕਿ ਇਸ ਦੇ ਬਰਖਲਾਫ ਫੇਰ ਉਹਨਾਂ ਦੀ ਉਹ ਚਾਲ ਚੱਲ ਜਾਣੀ ਸੀ ਕਿ ਹਿੰਦੂਆਂ ਦੇ ਬਰਖਲਾਫ ਬਣਗੇ ਔਰ ਹਿੰਦੂਆਂ ਦੇ ਇੱਕ ਨੁਕਸਾਨ ਹੋਏਗਾ ਤੇ ਹਿੰਦੂਆਂ ਨੂੰ ਇਹਨਾਂ ਦੇ ਬਰਖਲਾਫ ਖੜੇ ਹੋਣਾ ਚਾਹੀਦਾ। ਇਹ ਚਾਲ ਉਹਨਾਂ ਦੀ ਚੱਲ ਜਾਣੀ ਸੀ। ਸੋ ਇਸ ਨੂੰ ਇੱਕ ਧਿਰ ਦੇ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ, ਜਿਸ ਤਰ੍ਹਾਂ ਕਿ ਜਥੇਦਾਰ ਸਾਹਿਬ ਦੇ ਬਿਆਨ ਤੋਂ ਲੱਗ ਰਿਹਾ। ਚਲੋ ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂਗਾ, ਵਕਫੇ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ। ਕੁਝ ਸਵਾਲ ਹੋਰ ਹੋਣਗੇ। ਮੈਂ ਕੋਸ਼ਿਸ਼ ਕਰ ਰਿਹਾ ਕਿ ਇਸ ਵਿਸ਼ੇ ਨੂੰ ਮੈਂ ਚੰਗੀ ਤਰ੍ਹਾਂ ਸਮਝ ਸਕਾਂ, ਤੇ ਜੇ ਮੈਨੂੰ ਸਮਝ ਆ ਜਾਊਗੀ ਤਾਂ ਫਿਰ ਤੁਹਾਨੂੰ ਵੀ ਸੌਖਿਆਂ ਸਮਝ ਆ ਜਾਊਗੀ, ਕਿਉਂਕਿ ਇਹ ਜਿਹੜੇ ਪੈਨਲਿਸਟ ਬੈਠੇ ਆ ਇਹ ਆਪਦੇ ਹਿਸਾਬ ਨਾਲ ਇਸ ਪੂਰੇ ਜਿਹੜੇ ਉਚਾਰਨ ਹੈ ਕਿ ਆ ਬਿਆਨ ਹੈ ਕਿ ਉਹਨਾਂ ਦਾ ਵਿਸ਼ਲੇਸ਼ਣ ਕਰਦੇ ਪਏ ਆ, ਤੇ ਵਿਸ਼ਲੇਸ਼ਣ ਤੁਹਾਡੇ ਅੱਗੇ ਪਿਆ ਹੋਊਗਾ ਤੇ ਜਥੇਦਾਰ ਸਾਹਿਬ ਨੂੰ ਫਿਕਰ ਕਿਹੜੀ ਹੈ। ਵਾਪਸ ਆ ਰਿਹਾ। ਕੁਝ ਅਜਿਹੀਆਂ ਧਿਰਾਂ ਵੀ ਸੀ ਜਿਹੜੀਆਂ ਕਿਸਾਨੀ ਦੇ ਇਸ ਮਸਲੇ ਨੂੰ ਕਿ ਸਿੱਖ ਵਰਸਸ ਹਿੰਦੂ ਬਣਾਉਣ ਦਾ ਕੋਝਾ ਯਤਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀ। कुछ किसानों को समझा नहीं पाए ਕਿ ਕਿਸਾਨ ਸੰਘਰਸ਼ ਨੂੰ ਧਰਮ ਨਾਲ ਜੋੜਨ ਵਾਲੇ ਬਿਆਨਾਂ 'ਚ ਤੇਜ਼ੀ ਕਿਉਂ ਆ ਰਹੀ ਹੈ। ਕੁਲਦੀਪ ਧਾਲੀਵਾਲ, ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਦਾ ਉਹਨਾਂ ਨੇ ਧੰਨਵਾਦ ਕੀਤਾ ਜਥੇਦਾਰ ਸਾਹਿਬ ਨੇ, ਇਹਦਾ ਵੈਲਕਮ ਕਰਦੇ ਹੋ ਤੁਸੀਂ? ਬਾਕੀ ਸ਼ਬਦਾਂ ਤੁਸੀਂ ਵੈਲਕਮ ਨਹੀਂ ਕਰਦੇ ਪਏ, ਪਤਾ ਨਹੀਂ ਅੱਜ ਕੀ ਹੋਇਆ ਤੁਹਾਨੂੰ? ਨਹੀਂ ਦੇਖੋ ਕੇਪੀ, ਤੁਸੀਂ ਮੇਰੇ ਗਲਤ ਉਸ ਗੱਲ ਨੂੰ ਲੈ ਰਹੇ ਹੋ। ਜਥੇਦਾਰ ਸਾਹਿਬ ਦਾ ਜਿਹੜਾ ਬਿਆਨ ਆ, ਉਹ ਜਿਹੜਾ ਉਹਨਾਂ ਨੇ ਗੱਲ ਕਹੀ ਹੈ ਉਹਦਾ ਵੈਲਕਮ ਕਿਉਂ ਨਹੀਂ? ਕੋਈ ਹਰ ਸਿੱਖ ਉਹਦਾ ਵੈਲਕਮ ਕਰਦਾ। ਕੋਈ ਇਸ ਤਰ੍ਹਾਂ ਮੈਂ ਨਹੀਂ ਕਹਿੰਦਾ ਮੈਂ ਵੈਲਕਮ ਨਹੀਂ ਕਰਦਾ, ਪਰ ਪੋਲੀਟੀਕਲੀ ਜਦੋਂ ਆਪਾਂ ਉਸ ਨੂੰ ਦੇਖਦੇ ਹਾਂ, ਜਿਵੇਂ ਹੁਣੇ ਮੈਂ
ਮੈਂ ਪੂਰਾ ਕਰ ਲੈਣਾ, ਮੈਂ ਜਲਦੀ ਕੰਪਲੀਟ ਕਰਦਾ। ਹਾਂ, ਬੋਲੋ। ਦੇਖੋ ਜਦੋਂ ਸਰਦਾਰ ਸਾਹਿਬ ਗੱਲ ਕਰ ਰਹੇ ਸੀ ਨਾ, ਉਹ ਕਹਿੰਦੇ ਜੀ ਸਰਕਾਰ ਹਿੰਦੂ ਵਰਸਸ ਸਿੱਖ ਕਰ ਰਹੀ ਸੀ। ਤਾਂ ਆਈਏਐਸ ਨੇ ਵੱਡੇ ਅਧਿਕਾਰੀ ਰਹੇ ਨੇ, ਉਹਨਾਂ ਦਾ ਵਾਕਈ ਜਿਵੇਂ ਕਿੰਗਰਾ ਸਾਹਿਬ ਨੇ ਕਿਹਾ ਵਿਸ਼ਲੇਸ਼ਣ ਵੀ ਵੱਡਾ ਹੈ, ਪਰ ਮੈਂ ਉਹਨਾਂ ਨੂੰ ਕੁਝ ਚੀਜ਼ਾਂ ਯਾਦ ਕਰਾਉਣਾ ਚਾਹੁੰਦਾ ਆਪਦੀ ਛੋਟੀ ਸਮਝ ਦੇ ਅਨੁਸਾਰ ਵੀ ਜਿਹੜੇ ਦੁਸਹਿਰੇ ਕਾਲੇ ਕੀਤੇ, ਦੀਵਾਲੀਆਂ ਕਾਲੀਆਂ ਕੀਤੀਆਂ, ਕੀ ਉਹ ਸਰਕਾਰ ਨੇ ਕੀਤੀਆਂ ਸੀ? ਉਹ ਅੰਦੋਲਨਕਾਰੀਆਂ ਨੇ ਕੀਤੀਆਂ ਸੀ। ਔਰ ਸਾਨੂੰ ਸਪਸ਼ਟ ਕਰਨਾ ਚਾਹੀਦਾ ਉਹਦੇ ਦਰਸ਼ਕਾਂ ਨੂੰ ਕਿ ਜਿਹੜੇ ਉਸ ਤਰ੍ਹਾਂ ਦੇ ਉੱਥੇ ਬੈਠੇ ਸੀ ਲੋਕ, ਉਹ ਲੋਕ ਜਥੇਦਾਰ ਸਾਹਿਬ ਦੇ ਬਿਆਨ ਨਾਲ ਨੰਗੇ ਹੋ ਗਏ ਆ। ਔਰ ਉਹਨਾਂ ਲੋਕਾਂ ਨੂੰ ਫੜ ਕੇ ਸਾਨੂੰ ਕਾਨੂੰਨ ਦੇ ਦਾਇਰੇ 'ਚ ਲਿਆਉਣਾ ਚਾਹੀਦਾ ਜਿਨ੍ਹਾਂ ਨੇ ਐਡੀ ਕੋਝੀ ਹਰਕਤ ਕੀਤੀ ਹੈ। ਸਰਕਾਰ ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ। ਜਿਨ੍ਹਾਂ ਸਿੰਗਰਾਂ ਨੇ ਦਿੱਲੀ ਪੰਜਾਬ ਦੇ ਗਾਣੇ ਗਾਏ ਆ, ਜਿਨ੍ਹਾਂ ਲੋਕਾਂ ਨੇ ਦੀਵਾਲੀ ਕਾਲੀ ਕੀਤੀ, ਜਿਨ੍ਹਾਂ ਨੇ ਦੁਸ਼ਹਿਰਾ ਕਾਲਾ ਕੀਤਾ ਤੇ ਈਦ ਬਣਾਈ, ਈਦ ਉਲ ਫਿਤਰ ਦੀਆਂ ਉੱਥੇ ਜਿਹੜੀਆਂ ਅਫਤਾਰੀਆਂ ਦਿੱਤੀਆਂ। ਕੁਲਦੀਪ ਧਾਲੀਵਾਲ ਮੈਂ ਇਹੀ ਸਮਝਣਾ ਚਾਹ ਰਿਹਾ ਸੀਗਾ। ਗੁਰਤੇਜ ਸਿੰਘ ਹਰੀ ਜਿਹੜੀ ਗੱਲ ਕਹਿ ਰਹੇ ਹੋ, ਕਹਿੰਦੇ ਜਥੇਦਾਰ ਸਾਹਿਬ ਦੇ ਬਿਆਨ ਦਾ ਵੀ ਸਿਆਸੀ ਮਤਲਬ ਸਮਝਣਾ ਚਾਹੀਦਾ। ਜਿਹੜੀ ਗੱਲ ਤੁਸੀਂ ਹੁਣ ਕਹਿ ਰਹੇ ਹੋ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਸੁਣ ਤਾਂ ਲਓ ਨਾ ਧਾਲੀਵਾਲ ਸਾਹਿਬ, ਸੁਣ ਤਾਂ ਲਓ ਨਾ। ਜਿਹੜੀ ਗੱਲ ਹੁਣ ਤੁਸੀਂ ਕਹਿ ਰਹੇ ਹੋ, ਇਹਦਾ ਵੀ ਇੱਕ ਸਿਆਸੀ ਵਜ੍ਹਾ ਨਾਲ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਦੁਸ਼ਹਿਰਾ ਦੀਵਾਲੀ ਈਦ ਦਾ ਤੁਸੀਂ ਜ਼ਿਕਰ ਕਰਤਾ, ਇਹਦੇ ਬਾਅਦ ਤੁਸੀਂ ਧਾਰਮਿਕ ਅੱਖਾਂ ਨਾਲ ਦੇਖਦੇ ਪਏ ਸੀ ਅੰਦੋਲਨ ਨੂੰ ਧਾਲੀਵਾਲ ਸਾਹਿਬ। ਨਹੀਂ ਕੇਪੀ, ਦੇਖੋ ਇਹ ਗੱਲ ਬਿਆਨ ਤੇ ਆਈ ਹੈ। ਜਦੋਂ ਹੁਣ ਜਦੋਂ ਬਿਆਨ ਇੱਕ ਆਇਆ ਜਥੇਦਾਰ ਸਾਹਿਬ ਦਾ, ਤਾਂ ਆਪਾਂ ਉਸ ਤੋਂ ਬਾਅਦ ਚਰਚਾ ਕਰ ਰਹੇ ਹਾਂ। ਔਰ ਇਹ ਚਰਚਾ ਉਹਨਾਂ ਦੇ ਬਿਆਨ ਦੇ ਐਂਗਲ ਦੀ ਹੈ ਕਿ ਚਲੋ ਤੁਸੀਂ ਬੀਜੇਪੀ ਦੀ ਲਾਈਨ ਦੱਸੋ ਸਰ, ਮੈਂ ਪਾਸੇ ਰੱਖਦਾ ਜਥੇਦਾਰ ਸਾਹਿਬ ਦੇ ਬਿਆਨ ਨੂੰ, ਕਿ ਬੀਜੇਪੀ ਦੀ ਲਾਈਨ ਦੱਸੋ। ਧਾਲੀਵਾਲ ਸਾਹਿਬ ਮੇਰੀ ਆਵਾਜ਼ ਆ ਰਹੀ ਹੈ? ਤੁਸੀਂ ਦੱਸੋ ਇਹ ਧਾਰਮਿਕ ਅੰਦੋਲਨ ਹੈ ਜਾਂ ਕਿਸਾਨਾਂ ਅੰਦੋਲਨ ਹੈ? ਬਿਲਕੁਲ ਕਿਸਾਨਾਂ ਦਾ ਅੰਦੋਲਨ ਹੈ। ਮੈਂ ਉਸ ਗੱਲ ਦੇ ਵਿੱਚ ਬਿਲਕੁਲ ਨਹੀਂ ਜਾਣਾ ਚਾਹੁੰਦਾ। ਨਹੀਂ, ਹੁਣੇ ਤਾਂ ਤੁਸੀਂ ਸਾਰਾ ਕੁਝ ਕਹਿਤਾ, ਹੁਣੇ ਤੁਸੀਂ ਦੁਸ਼ਹਿਰਾ ਦੀਵਾਲੀ ਈਦ ਸਾਰਾ ਕੁਝ ਗਿਣਾ ਰਹੇ ਸੀਗੇ। ਹਿੰਦੂ ਵਰਸਸ ਸਿੱਖ ਅੰਦੋਲਨਕਾਰੀਆਂ ਨੇ ਬਣਾਇਆ, ਸਰਕਾਰ ਨੇ ਨਹੀਂ ਬਣਾਇਆ। ਫਿਰ ਤੁਹਾਡੇ ਦਰਸ਼ਕਾਂ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ, ਦੀਵਾਲੀ ਕਾਲੀ ਕੀਤੀ, ਦੁਸ਼ਹਿਰਾ ਕਾਲਾ ਕੀਤਾ, ਔਰ ਉਸ ਤੋਂ ਬਾਅਦ ਈਦ ਮਨਾਈ, ਈਦ ਉਲ ਫਿਤਰ ਦੀਆਂ ਅਫਤਾਰੀਆਂ ਦਿੱਤੀਆਂ। ਇਹ ਅੰਦੋਲਨਕਾਰੀਆਂ ਨੇ ਕੀਤਾ, ਸਰਕਾਰ ਨੇ ਨਹੀਂ ਕੀਤਾ। ਜਥੇਦਾਰ ਸਾਹਿਬ ਨੇ, ਚਲੋ ਧਾਲੀਵਾਲ ਸਾਹਿਬ, ਜਥੇਦਾਰ ਸਾਹਿਬ ਨੇ ਜਿਹੜਾ ਗੱਲ ਕਹੀ ਹੈ ਕਿ ਹਿੰਦੂ ਸਿੱਖ ਬਣਾਉਣ ਦੀ ਕੋਸ਼ਿਸ਼ ਸਾਜ਼ਿਸ਼ ਕੀਤੀ ਗਈ ਸੀ, ਜਥੇਦਾਰ ਸਾਹਿਬ ਨੇ ਅੰਦੋਲਨਕਾਰੀਆਂ ਨੂੰ ਕਿਹਾ ਇਹ? ਬਿਲਕੁਲ, ਉੱਥੇ ਜਿਹੜੇ ਬੰਦੇ ਬੈਠੇ ਆ ਸਾਰੇ ਅੰਦੋਲਨਕਾਰੀ ਨਹੀਂ, ਪਰ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਉਹਨਾਂ ਨੂੰ ਸਾਨੂੰ ਜਾਣ ਦੇ ਦਾਇਰੇ ਠੀਕ ਹੈ ਚਲੋ ਧਾਲੀਵਾਲ ਸਾਹਿਬ, ਮੈਨੂੰ ਲੱਗਦਾ ਤੁਸੀਂ ਮੈਨੂੰ ਸਾਰੇ ਕਨਫਿਊਜ਼ ਕਰੋਗੇ ਅੱਜ। ਮੈਂ ਤਾਂ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਬੜੇ ਸਿਆਣੇ ਬੰਦੇ ਹੋ ਸਾਰੇ। ਗਰੇਵਾਲ ਸਾਹਿਬ, ਤੁਸੀਂ ਸਾਰੇ ਮੈਨੂੰ ਕਨਫਿਊਜ਼ ਕਿਉਂ ਕਰਦੇ ਪਏ ਅੱਜ? ਗਰੇਵਾਲ ਸਾਹਿਬ ਕਿਉਂ ਨਹੀਂ ਆਪਦੀ ਲਾਈਨ ਕਲੀਅਰ ਕਰਦੇ ਪਏ? ਦੇਖੋ ਕੇਪੀ ਜੀ, ਮੈਂ ਤੁਹਾਨੂੰ ਇਹ ਜਾਣਕਾਰੀ ਦੇਵਾਂ ਕਿ ਅੱਜ ਅੰਦੋਲਨ ਜੇ ਕਹਿ ਲਈਏ ਵੀ ਉਹਦਾ ਜਿਹੜਾ ਅਸੀਂ ਮੇਨ ਸਾਡੀ 3 ਕਾਨੂੰਨ ਵਾਪਸ ਹੋਣ ਦੀ ਗੱਲ ਸੀ, ਉਹਦਾ ਐਲਾਨ ਹੋ ਗਿਆ। ਜਦੋਂ ਕੈਬਨਿਟ 'ਚ ਆ ਜਾਏਗਾ ਚੰਗਾ ਹੋਏਗਾ ਕਿ ਐਮਐਸਪੀ ਦਾ ਵੀ ਨਾਲ ਆਏਗਾ, ਚਲੋ ਉਹ ਹੋ ਜਾਏਗਾ। ਅਸੀਂ ਉਦੋਂ ਇਸ ਗੱਲ ਲਈ ਇਸ ਨੂੰ ਇੱਕ ਤਰਫਾ ਬਣਾਉਣਾ ਨਹੀਂ ਚਾਹੁੰਦੇ, ਪਰ ਜਿਹੜਾ ਸੱਚਾਈ ਆ ਉਹਨੂੰ ਸੱਚਾਈ ਨੂੰ ਤੁਸੀਂ ਮਿਟਾ ਨਹੀਂ ਸਕਦੇ। ਹਿੰਦੁਸਤਾਨ ਦੇ ਅੰਦਰ ਬਹੁਤ ਸਾਰੇ ਕਿਸਾਨਾਂ ਦੇ ਅੰਦੋਲਨ ਵੀ ਹੋਏ ਹੋਣਗੇ, ਪਰ ਇਹ ਅੰਦੋਲਨ ਜਿਹੜਾ ਵਾ ਇਹ ਖਾਲਸਾਈ ਨਿਸ਼ਾਨ ਦੇ ਜਜ਼ਬੇ ਹੇਠ ਲੜਿਆ ਗਿਆ। ਇਹ ਮੈਂ ਮਾਫੀ ਚਾਹੂੰਗਾ, ਗੁਰਤੇਜ ਸਿੰਘ ਜੀ ਮੇਰੇ ਲਈ ਸਤਿਕਾਰਯੋਗ ਨੇ ਜਿਹੜੇ ਇਹਨਾਂ ਨੇ ਸ਼ਬਦ ਵਰਤੇ ਆ ਕਿ ਜੇ ਹਿੰਦੁਸਤਾਨ ਦੇ ਬਾਕੀ ਕਿਸਾਨ ਨਾ ਹੁੰਦੇ ਤੇ ਇਹ ਕਾਮਯਾਬ ਹੁੰਦਾ। ਮਾਫ ਕਰਨਾ, ਇਹ ਗੱਲ ਨਹੀਂ ਹੈਗੀ। ਜੇ ਮੈਂ ਇਹ ਗੱਲ ਕਹਿ ਦੇਵਾਂ, ਜੇ ਪੰਜਾਬ ਦੇ ਜਾਂ ਸਿੱਖ ਦੇ ਵਿੱਚ ਸ਼ਾਮਲ ਨਾ ਹੁੰਦੇ, ਇਹ ਅੰਦੋਲਨ ਕਿਸੇ ਵੀ ਥਾਂ ਤੇ। ਚਲੋ ਗਰੇਵਾਲ ਸਾਹਿਬ ਵੈਸੇ ਮੈਂ ਕਦੇ ਜ਼ਿਕਰ ਨਹੀਂ ਕੀਤਾ। ਗਰੇਵਾਲ ਸਾਹਿਬ ਚਲੋ ਗਰੇਵਾਲ ਸਾਹਿਬ ਉਹ ਮੰਨ ਰਹੇ ਤੁਹਾਡੀ ਗੱਲ ਗੁਰਤੇਜ ਸਿੰਘ ਜੀ। ਗਰੇਵਾਲ ਸਾਹਿਬ ਮੈਂ ਇੱਕ ਸਵਾਲ ਦਾ ਜਵਾਬ ਦੇ ਦਿਓ। ਮੈਂ ਵੈਸੇ ਕਦੇ ਇਸ ਨਾਮ ਦਾ ਜ਼ਿਕਰ ਨਹੀਂ ਕੀਤਾ ਜਿੰਨੀਆਂ ਵੀ ਮੈਂ ਡਿਬੇਟਸ ਕੀਤੀਆਂ। ਦੀਪ ਸਿੱਧੂ ਨੇ ਜਿਹੜਾ ਉੱਥੇ ਝੰਡਾ ਲਹਿਰਾਇਆ ਸੀਗਾ, ਉਹਦੀ ਅਕਾਲੀ ਦਲ ਹਮਾਇਤ ਕਰਦਾ, ਐਸਜੀਪੀਸੀ ਹਮਾਇਤ ਕਰਦੀ ਹੈ। ਫਿਰ ਝੰਡਾ ਲਹਿਰਾਉਣਾ ਕਿਹਨੇ ਲਹਿਰਾਇਆ ਕਿਹਨੇ ਨਹੀਂ ਲਹਿਰਾਇਆ, ਜਿਨ੍ਹਾਂ ਨੇ ਲਹਿਰਾਇਆ ਗਲਤ ਨਹੀਂ ਲਹਿਰਾਇਆ, ਕੋਈ ਦੇਸ਼ ਦਾ ਅਪਮਾਨ ਨਹੀਂ ਕੀਤਾ। ਇਹ ਮੈਂ ਨਹੀਂ ਕਹਿੰਦਾ ਸਰ, ਮੈਂ ਅਪਮਾਨ ਦੀ ਗੱਲ ਨਹੀਂ ਕਰ ਰਿਹਾ, ਅਪਮਾਨ ਦੀ ਗੱਲ ਨਹੀਂ ਕਰ ਰਿਹਾ ਸਰ, ਮੈਂ ਅਪਮਾਨ ਦੀ ਗੱਲ ਹੀ ਨਹੀਂ ਕਰ ਰਿਹਾ ਸਰ। ਮੇਰੀ ਗੱਲ ਸੁਣੋ, ਮੈਂ ਅਪਮਾਨ ਸਨਮਾਨ ਦੀ ਗੱਲ ਨਹੀਂ ਕਰ ਰਿਹਾ। ਸਾਡੇ ਲਈ ਸਾਰੇ ਇੱਕ ਸੀਗੇ। ਜਿਹੜੇ ਜੇਲ੍ਹਾਂ 'ਚ ਗਏ ਕਿਸਾਨ ਸੰਘਰਸ਼ ਨੇ ਉਹਨਾਂ ਨੂੰ ਪਿੱਠ ਵਿਖਾਈ, ਇਹ ਦਿੱਲੀ ਕਮੇਟੀ ਨੇ ਉਹਨਾਂ ਨੂੰ ਬਰੀ ਕਰਾਇਆ ਤੇ ਘਰੀ ਬਚਾਇਆ। ਇਹ ਗੱਲ ਇਤਿਹਾਸ ਦਾ ਪੰਨਾ ਸੁਨਹਿਰੀ ਪੰਨਾ ਵਾ, ਇਹ ਗੱਲ ਤੋਂ ਸਾਨੂੰ ਭੁੱਲਣਾ ਨਹੀਂ ਚਾਹੀਦਾ। ਝੰਡਾ ਜਿਹਨੇ ਵੀ ਚਲਾਇਆ, ਚਲੋ ਉਹ ਕੋਈ ਵੀ ਸੀ, ਉਹ ਸਾਡੇ ਲਈ ਸਤਿਕਾਰਯੋਗ ਆ। ਚਲੋ ਹਰਦੀਪ ਕਿੰਗਰਾ ਸਰ, ਲਾਸਟ ਸਟੇਟਮੈਂਟ ਤੁਹਾਡੀ ਚਾਹੀਦੀ ਹੈ। ਹਰਦੀਪ ਕਿੰਗਰਾ, ਇਸ ਨੂੰ ਸਿਆਸੀ ਚਸ਼ਮੇ ਨਾਲ ਦੇਖਿਆ ਜਾਣਾ ਚਾਹੀਦਾ, ਨਹੀਂ ਦੇਖਿਆ ਜਾਣਾ ਚਾਹੀਦਾ, ਜਾਂ ਜਥੇਦਾਰ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਸੁਪਰੀਮ ਅਹੁਦਾ ਤੇ ਉਸ ਨੂੰ ਉਸ ਨਜ਼ਰੀਏ ਨਾਲ ਹੀ ਦੇਖਿਆ ਜਾਣਾ ਚਾਹੀਦਾ? ਕਿੰਗਰਾ ਸਾਹਿਬ। ਕੇਪੀ, ਮੈਂ ਇਹੋ ਜਿਹੇ ਸਿਆਸਤਦਾਨਾਂ ਨੂੰ ਜਾਣਦਾ ਜਿਹੜੀ ਆਪਦੇ ਮਾਂ ਦੇ ਮਰਨੇ ਦੇ ਉੱਤੇ ਵੀ ਅਫਸੋਸ ਦੀ ਬਜਾਏ ਸਿਆਸੀ ਰਾਹ ਲੈਂਦੇ ਨੇ ਉਹਦੇ ਤੋਂ। ਸੋ ਇਸ ਕਰਕੇ ਸਿਆਸਤਦਾਨ ਜਿਹੜਾ ਉਹ ਹਰ ਘਟਨਾ ਤੋਂ ਸਿਆਸੀ ਲਾਹਾ ਲੈਂਦਾ ਹੈ, ਚਾਹੇ ਉਹ ਕਾਨੂੰਨ ਰੱਦ ਕਰਨੇ ਹੋਣ,
ਚਾਹੇ ਉਹ ਗੁਰੂ ਨਾਨਕ ਸਾਹਿਬ ਦੇ ਬਰਥਡੇ ਤੇ ਕਰਨੇ ਹੁਣ, ਉਹਨਾਂ ਨੂੰ ਤਾਂ ਸਿਆਸੀ ਲਾਹਾ। ਮੈਂ ਕਿਸੇ ਦੇ ਮਾਂ ਦੇ ਮਰਨੇ ਤੇ ਗਿਆ, ਉਹ ਗੱਲਾਂ ਕਰਨ ਲੱਗ ਗਿਆ, ਫਲਾਨਾ ਆਇਆ, ਢਿਮਕਾ ਆਇਆ। ਮੈਂ ਕਿਹਾ ਤੈਨੂੰ ਤੇਰੀ ਮਾਂ ਦਾ ਅਫਸੋਸ ਨਹੀਂ, ਮੈਨੂੰ ਕੋਈ ਅਫਸੋਸ ਨਹੀਂ, ਮੈਂ ਚੱਲਿਆ। ਸੋ ਇਸ ਕਰਕੇ ਸਿਆਸੀ ਜਿਹੜੇ ਬੰਦੇ ਆ ਨਾ, ਉਹ ਲਾਹਾ ਲੈਂਦੇ ਆ, ਤੇ ਜੇ ਲੈਂਦੇ ਆ ਤਾਂ ਕੋਈ ਮਾੜੀ ਗੱਲ ਨਹੀਂ। ਦੂਜੀ ਗੱਲ, ਕੁਲਦੀਪ ਧਾਲੀਵਾਲ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ। ਤੁਹਾਡੀ ਪਾਰਟੀ ਦਾ ਨਾਂ ਭਾਰਤੀ ਜਨਤਾ ਪਾਰਟੀ ਹੈ ਤੇ ਦੇਸ਼ ਦਾ ਨਾਂ ਹਿੰਦੁਸਤਾਨ ਹੈ। ਤੁਸੀਂ ਆਪਦੀ ਪਾਰਟੀ ਦਾ ਨਾਂ ਹਿੰਦੂ ਜਨਤਾ ਪਾਰਟੀ ਕਿਉਂ ਨਹੀਂ ਰੱਖ ਲੈਂਦੇ? ਰੱਖੋ, ਇੱਕ ਵਾਰੀ ਕਰਕੇ ਦੇਖੋ। ਮੇਰੇ ਦੇਸ਼ ਦਾ ਨਾਂ ਭਾਰਤ ਹੈ। ਜਿਹੜਾ ਵੀ ਹਿੰਦੁਸਤਾਨ ਕਹਿੰਦਾ ਐਂਟੀ ਨੈਸ਼ਨਲ ਹੈ, ਉਹ ਉਹਦੇ ਤੇ ਕੇਸ ਰਜਿਸਟਰ ਹੋਣਾ ਚਾਹੀਦਾ ਜੋ ਕਿ ਹਿੰਦੁਸਤਾਨ ਕਹਿੰਦਾ ਹੈ। ਚਲੋ ਹਰਦੀਪ ਸਿੰਘ ਕਿੰਗਰਾ, ਮੇਰੇ ਦੇਸ਼ ਦਾ ਨਾਂ ਭਾਰਤ ਹੈ। ਚਲੋ ਤੁਸੀਂ ਆਪਦੀ ਜਨਤਾ ਪਾਰਟੀ ਦਾ ਨਾਂ ਹਿੰਦੂ ਜਨਤਾ ਪਾਰਟੀ ਰੱਖੋ, ਮੈਂ ਮੰਨ ਲੂੰਗਾ। ਫਿਰ ਸਾਡੇ ਦੇਸ਼ ਦਾ ਨਾਂ ਹਿੰਦੁਸਤਾਨ ਹੈ। ਇਹਨਾਂ ਕਲੀਅਰ ਕਰਦੇ ਆ ਗੱਲ। ਹਾਂ, ਇੱਕ ਮਿੰਟ ਗੱਲ ਕਲੀਅਰ ਕਰ ਲਿਓ, ਬਾਅਦ ਚ ਗੱਲ ਕਲੀਅਰ ਕਰ ਲਿਓ। ਹਰਦੀਪ ਸਿੰਘ ਕਿੰਗਰਾ, ਜਿਹੜਾ ਜਥੇਦਾਰ ਸਾਹਿਬ ਨੇ ਜਿਹੜੇ ਸ਼ਬਦ ਬੋਲੇ ਆ, ਉਹਦੇ ਨਾਲ ਜਿਹੜੀ ਹਿੰਦੂ ਸਿੱਖਾਂ ਦੇ ਰਿਸ਼ਤੇ ਵਿੱਚ ਜਿਹੜੀ ਮਜ਼ਬੂਤੀ ਹੈਗੀ ਹੈ, ਪਹਿਲਾਂ ਤੋਂ ਹੀ ਭਾਈਚਾਰਕ ਸਾਂਝ ਆ ਬੜੀ ਤਕੜੀ, ਉਹਨੂੰ ਹੋਰ ਮਜ਼ਬੂਤੀ ਮਿਲੂਗੀ। ਕੀ ਫਾਇਦਾ, ਕੀ ਫਾਇਦਾ ਹੋਊਗਾ ਇਸ ਰਿਸ਼ਤੇ ਨੂੰ? ਦੇਖੋ ਜੀ, ਮੈਂ ਤੁਹਾਨੂੰ ਅੱਗੇ ਵੀ ਕਹਿ ਚੁੱਕਿਆ, ਪੰਜਾਬੀਅਤ ਇਹ ਇੱਕ ਕਲਚਰ ਦਾ ਨਾਂ ਹੈ। ਇਹਨੂੰ ਵੰਡਿਆ ਗਿਆ ਬੰਗਾਲੀਆਂ ਨੂੰ ਤੇ ਪੰਜਾਬ ਨੂੰ ਇਸੇ ਕਰਕੇ ਵੰਡਿਆ ਗਿਆ ਕਿ ਇਸ ਕਲਚਰ ਦੇ ਵਿੱਚ। ਸਰ ਹੁਣ ਕੀ ਫਾਇਦਾ ਹੋਊਗਾ? ਸਰ ਹੁਣ ਕੀ ਫਾਇਦਾ ਹੋਊਗਾ ਜਥੇਦਾਰ ਸਾਹਿਬ ਦੇ ਇਸ ਕਮੈਂਟ ਦਾ? ਹੁਣ ਕੀ ਫਾਇਦਾ ਹੋਊਗਾ ਸਰ? ਹੁਣ ਇਹਦਾ ਫਾਇਦਾ ਦੇਖੋ ਇਸ ਤਰ੍ਹਾਂ ਹੁੰਦਾ ਹੈ। ਜਥੇਦਾਰ, ਦੇਖੋ ਮੈਂ ਤੁਹਾਨੂੰ ਫੇਰ ਕਹਤਾ, ਜਥੇਦਾਰ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਬੜਾ ਸੋਚਿਆ ਸਮਝਿਆ ਹੋਏਗਾ। ਮੈਨੂੰ ਨਹੀਂ ਲੱਗਦਾ ਕਿ ਉਹਦੇ 'ਚ ਕੋਈ ਪੋਲੀਟੀਕਲ, ਗੁਰਤੇਜ ਸਿੰਘ ਹੋਰਾਂ ਨੇ ਕਿਹਾ ਹੈ। ਸਰ ਸੋਸਾਇਟੀ ਨੂੰ ਕੀ ਫਾਇਦਾ ਹੋਊਗਾ? ਸਰ ਕਿੰਗਰਾ ਸਾਹਿਬ, ਹੁਣ ਤੁਸੀਂ ਵੀ ਬਿਆਨ ਕਿਹਾ ਸਰ, ਸੋਸਾਇਟੀ ਨੂੰ ਕੀ ਫਾਇਦਾ ਹੋਊਗਾ ਕਿੰਗਰਾ ਸਾਹਿਬ? ਪੰਜਾਬ ਨੂੰ, ਸਰ ਸੋਸਾਇਟੀ ਨੂੰ, ਸਮਾਜ ਨੂੰ ਕੀ ਫਾਇਦਾ ਹੋਊਗਾ ਸਰ? ਸਮਾਜ ਦੇ ਵਿੱਚ ਜਥੇਦਾਰ ਸਾਹਿਬ ਦਾ ਸਤਿਕਾਰ ਹੋਰ ਵਧੇਗਾ, ਕਿਉਂਕਿ ਜਥੇਦਾਰ ਸਾਹਿਬ ਹਿੰਦੂ ਸਿੱਖਾਂ ਦੇ ਵਿੱਚ ਪਾੜੇ ਨੂੰ ਖਤਮ ਕਰਨਾ ਚਾਹੁੰਦੇ ਨੇ। ਚਲੋ ਸਿਆਸਤ ਨੂੰ ਕੋਈ ਫਾਇਦਾ, ਸਿਆਸਤ ਨੂੰ ਕੋਈ ਨੁਕਸਾਨ ਇਸ ਬਿਆਨ ਦਾ? ਹਿੰਦੂ ਸਿੱਖਾਂ ਦੇ ਪਾੜੇ ਦੇ ਉੱਤੇ ਨਹੀਂ ਜਿਉ ਸਕਦਾ। ਪੰਜਾਬ ਹਿੰਦੂ ਸਿੱਖਾਂ ਦੀ ਸਾਂਝ ਹੈ। ਚਲੋ ਕਿੰਗਰਾ ਸਾਹਿਬ ਸਮਾਜ ਦਾ ਤੁਸੀਂ ਜ਼ਿਕਰ ਕਰਤਾ। ਕਿੰਗਰਾ ਸਾਹਿਬ ਸਿਆਸਤ ਨੂੰ ਕੋਈ ਫਾਇਦਾ ਨੁਕਸਾਨ ਹੋਊਗਾ ਸਰ ਇਸ ਬਿਆਨ ਦਾ? ਦੇਖੋ ਜੀ, ਸਿਆਸਤ, ਦੇਖੋ ਮੇਰੀ ਗੱਲ ਸੁਣੋ। ਹੁਣ ਸਿੱਖ ਹੈ, ਕੱਲ ਨੂੰ ਅਕਾਲੀ ਦਲ ਕਹਿੰਦਾ ਅਸੀਂ ਸਿੱਖਾਂ ਦੀ ਅਕਾਲੀ ਦਲ ਨੂੰ ਫਾਇਦਾ ਹੋਣਾ ਹੀ ਹੈ। ਇਸੇ ਤਰ੍ਹਾਂ ਜਿਹੜੀਆਂ ਪਾਰਟੀਆਂ, ਜਿਹੜੀਆਂ ਜਥੇਬੰਦੀਆਂ ਹਿੰਦੂਤਵਾ ਦੇ ਉੱਤੇ ਰਾਜ ਕਰਨਾ ਚਾਹੁੰਦੀਆਂ ਨੇ, ਉਹਨਾਂ ਨੂੰ ਹੋ ਸਕਦਾ 5-4 ਵੋਟਾਂ ਮਿਲ ਜਾਣਗੀਆਂ। ਠੀਕ ਹੈ। ਗੁਰਤੇਜ ਸਿੰਘ ਜੀ, ਕਿੰਗਰਾ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਕਿ ਇਸ ਨੂੰ ਉਸ ਨਜ਼ਰੀਏ ਨਹੀਂ ਦੇਖਿਆ ਜਾਣਾ ਚਾਹੀਦਾ, ਪਰ ਹੁਣ ਜਿਹੜਾ ਉਹਨਾਂ ਦਾ ਬਿਆਨ ਹੈ ਬੜਾ ਅਹਿਮ ਹੈ ਕਿੰਗਰਾ ਸਾਹਿਬ ਦਾ। ਉਹ ਕਹਿੰਦੇ ਆ ਵੀ ਇਸ ਬਿਆਨ ਦੇ ਨਾਲ ਸਿਆਸੀ ਤਰ੍ਹਾਂ ਫਾਇਦਾ ਲੈ ਸਕਦੀਆਂ। ਗੁਰਤੇਜ ਸਿੰਘ ਜੀ, ਚਰਚਾ ਸਮਾਪਤ ਕਰਨੀ ਹੈ, ਲਾਸਟ ਸਟੇਟਮੈਂਟ ਤੁਹਾਡੀ। ਦੇਖੋ ਜੀ, ਗੱਲ ਇਹ ਹੈ ਕਿ ਕਿੰਗਰਾ ਸਾਹਿਬ ਤੇ ਸਾਰੇ ਗੁਰਚਰਨ ਸਿੰਘ ਜੀ ਤੇ ਬਾਕੀ ਸਾਰੇ ਸਿੰਘਾਂ ਦਾ ਮੈਂ ਸਤਿਕਾਰ ਕਰਦਾ ਕਿ ਇਹਨਾਂ ਦਾ ਕਿਸੇ ਸੰਸਥਾ ਦੇ ਵਿੱਚ ਆਸਥਾ ਹੈ, ਇਹ ਠੀਕ ਹੈ। ਲੇਕਿਨ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਥੇਦਾਰ ਇੱਕ ਆਦਮੀ ਬਣਾਉਂਦਾ ਹੈ, ਇੱਕ ਕਿਸੇ ਦੇ ਜੇਬ ਦੇ ਵਿੱਚੋਂ ਨਿਕਲਦਾ ਹੈ। ਔਰ ਮੈਂ ਬਾਰ-ਬਾਰ ਦੇਖ ਰਿਹਾ ਕਿ ਪਿਛਲੇ 30-40 ਸਾਲਾਂ ਤੋਂ ਦੇਖ ਰਿਹਾ ਕਿ ਜਥੇਦਾਰ ਇੱਕ ਪਾਰਟੀ ਨੂੰ ਸਪੋਰਟ ਕਰਦਾ ਹੈ। ਇਸ ਦੇ ਵਿੱਚ ਸ਼ੱਕ ਨਹੀਂ ਹੋਣਾ ਚਾਹੀਦਾ। ਦੂਸਰੀ ਗੱਲ ਇਹ ਹੈ ਜਿਹੜੀ ਕਿ ਬਾਰ-ਬਾਰ ਕਹੀ ਜਾ ਰਹੀ ਹੈ ਕਿ ਇਹਨਾਂ ਨੇ ਕਾਲੀ ਦੀਵਾਲੀ ਮਨਾਈ, ਕਾਲਾ ਦੁਸਹਿਰਾ ਮਨਾਇਆ, ਉੱਥੇ ਗਾਣੇ ਗਾਏ। ਜਿਹੜੇ ਇਹ ਗਾਣੇ ਸੀਗੇ ਉਹ ਉਹਨਾਂ ਲੋਕਾਂ ਨੂੰ ਉਤਸ਼ਾਹ ਦੇਣ ਵਾਸਤੇ ਸੀ ਜਿਹੜੇ ਲੋਕ ਇਸ ਨੂੰ ਸਾਰੇ ਕਿਸਾਨਾਂ ਦਾ ਸੰਘਰਸ਼ ਸਮਝ ਰਹੇ ਸੀ, ਲੇਕਿਨ ਅਗਵਾਈ ਖਾਲਸੇ ਦੀ ਐਕਸੈਪਟ ਕਰ ਰਹੇ ਸੀ। ਜਿਸ ਤਰ੍ਹਾਂ ਟਿਕੈਤ ਨੇ ਕੀਤੀ ਹੈ, ਉਹ ਕਹਿੰਦਾ ਵੀ ਠੀਕ ਹੈ, ਵੱਡੇ ਭਰਾ ਹਨਗੇ, ਇਹਨਾਂ ਦੇ ਜਿਹੜੇ ਅਸੂਲ ਹਨਗੇ ਉਹਨਾਂ ਨੂੰ ਅਸੀਂ ਆਪਣੇ ਇੱਥੇ ਲਾਗੂ ਕਰਦੇ ਹਾਂ ਤਾਂ ਅਸੀਂ ਇਸ ਤੋਂ ਬੈਨੀਫਿਟ ਕਰਦੇ ਹਾਂ। ਦੀਵਾਲੀ ਦੇ ਜਿਹੜੀ ਇਹ ਗੱਲ ਕਰਦੇ ਨੇ ਦੁਸਹਿਰੇ ਦੀ, ਕਾਲੀ ਦੀਵਾਲੀ, ਕਾਲਾ ਦੁਸਹਿਰਾ, ਇਹ ਕੋਈ ਕਿਸੇ ਹਿੰਦੂ ਦੇ ਤਿਉਹਾਰ ਨਹੀਂ। ਇਹਨਾਂ ਨੂੰ ਇਹ ਵਹਿਮ ਹੈ ਆਪਣੇ ਮਨ ਦੇ ਵਿੱਚ। ਇਹ ਮੌਸਮੀ ਤਿਉਹਾਰ ਹਨਗੇ, ਸਾਡੇ ਸਦੀਆਂ ਤੋਂ ਮਨਾਏ ਜਾਂਦੇ ਜਾ ਰਹੇ ਨੇ ਔਰ ਇਹਨਾਂ ਦੇ ਉੱਤੇ ਲੋਕ ਉਤਸ਼ਾਹ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ। ਜਦੋਂ ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ, ਧਾਲੀਵਾਲ ਸਾਹਿਬ ਤੁਹਾਡੀ ਸਟੇਟਮੈਂਟ ਆ ਚੁੱਕੀ, ਉਹਨੂੰ ਜਵਾਬ ਦੇ ਲੈਣ ਦਿਓ ਨਾ। ਧਾਲੀਵਾਲ ਸਾਹਿਬ ਜਵਾਬ ਦੇ ਲੈਣ ਦਿਓ ਨਾ। ਧਾਲੀਵਾਲ ਸਾਹਿਬ ਪਲੀਜ਼, ਧਾਲੀਵਾਲ ਸਾਹਿਬ ਪਲੀਜ਼, ਧਾਲੀਵਾਲ ਸਾਹਿਬ ਪਲੀਜ਼, ਧਾਲੀਵਾਲ ਸਾਹਿਬ ਨੂੰ ਮਿਊਟ ਕਰੋ, ਧਾਲੀਵਾਲ ਸਾਹਿਬ ਨੂੰ ਮਿਊਟ ਕਰੋ। ਗੁਰਤੇਜ ਸਿੰਘ ਜੀ ਗੱਲ ਰੱਖੋ ਆਪਣੀ, ਮਿਊਟ ਕਰੋ ਧਾਲੀਵਾਲ ਸਾਹਿਬ ਨੂੰ। ਹਾਂ ਗੁਰਤੇਜ ਸਿੰਘ ਜੀ ਆਪਣੀ ਗੱਲ ਰੱਖੋ। ਇੱਕ ਮਿੰਟ ਪਲੀਜ਼, ਇੱਕ ਮਿੰਟ ਧਾਲੀਵਾਲ ਸਾਹਿਬ ਕੀ ਕਰ ਰਹੇ ਆਪਾਂ? ਪਲੀਜ਼ ਧਾਲੀਵਾਲ ਸਾਹਿਬ। ਕੇਪੀ ਬੋਲੋ। ਧਾਲੀਵਾਲ ਸਾਹਿਬ, ਉਦੋਂ ਕਿਹੜੇ ਪਟਾਕੇ ਹੁੰਦੇ ਸੀ ਜਿਹੜੇ ਤੁਸੀਂ ਹੁਣ ਚਲਾਉਂਦੇ ਹੋ? ਇੱਕ ਮਿੰਟ ਪਲੀਜ਼, ਰਾਮਚੰਦਰ ਦੇ ਕਿਹੜੇ ਪਟਾਕੇ ਹੁੰਦੇ ਸੀ? ਪਲੀਜ਼ ਕਿੰਗਰਾ ਸਾਹਿਬ, ਗੁਰਤੇਜ ਸਿੰਘ ਨੂੰ ਗੱਲ ਕਰ ਲੈਣ ਦਿਓ ਆਪਣੀ, ਪਲੀਜ਼। ਇੱਕ ਮਿੰਟ ਪਲੀਜ਼, ਇਹਨਾਂ ਨੂੰ ਮਿਊਟ ਕਰੋ, ਬਾਕੀ ਸਾਰਿਆਂ ਨੂੰ ਮਿਊਟ ਕਰ ਦਿਓ, ਬਾਕੀ ਪੈਨਲਿਸਟ ਨੂੰ। ਗੁਰਤੇਜ ਸਿੰਘ ਨੂੰ ਬੋਲਣ ਦਿਓ ਪਲੀਜ਼। ਦਿੱਲੀ ਦਾ ਬੁਰਾ ਹਾਲ ਕੀਤਾ। ਮੈਨੂੰ 1 ਮਿੰਟ ਦੇ ਦਿਓ। ਬੋਲੋ ਕੋਈ ਗੱਲ ਨਹੀਂ, ਬਾਅਦ ਤੁਸੀਂ ਫਿਰ ਕਹਿ ਲੈਣਾ। ਦੇਖੋ ਗੱਲ ਇਹ ਹੈ ਕਿ ਮੌਸਮੀ ਤਿਉਹਾਰ ਹਨਗੇ। ਜਿਹੜਾ ਕ੍ਰਿਸਚੀਅਨਿਟੀ ਹੁਣ ਕ੍ਰਾਈਸਟ ਦਾ ਬਰਥ 25 ਦਸੰਬਰ ਨਾਲ ਜੋੜਿਆ ਜਾਂਦਾ ਹੈ। ਸਾਰਿਆਂ ਨੂੰ ਪਤਾ ਹੈ ਕਿ 25 ਦਸੰਬਰ ਨੂੰ ਉਹ ਪੈਦਾ ਨਹੀਂ ਸੀ ਹੋਇਆ, ਕੋਈ ਪਤਾ ਨਹੀਂ ਕਿ ਕਿਹੜੀ ਤਰੀਕ ਨੂੰ ਪੈਦਾ ਹੋਇਆ ਸੀ। ਲੇਕਿਨ ਇਹ ਤਿਉਹਾਰ
ਜੁਡਾਇਜ਼ਮ ਦੇ ਵਿੱਚ ਸ਼ੁਰੂ ਤੋਂ ਮਨਾਇਆ ਜਾ ਰਿਹਾ ਸੀ, ਉਸੇ ਦੇ ਨਾਲ ਜੋੜ ਲਿਆ ਤਾਂ ਕਿ ਉਸ ਦੀ ਇੱਕ ਹੋਰ ਕਨੋਟੇਸ਼ਨ ਬਣ ਸਿੰਗਲ ਜਾਏ। ਲਾਈਨ ਖਤਮ ਕਰੋ ਇਸੇ ਤਰ੍ਹਾਂ ਹੀ ਸਿੰਗਲ ਲਾਈਨ ਖਤਮ ਕਰੋ, ਮੇਰਾ ਸਵਾਲ ਲੈ ਲਓ, ਜਥੇਦਾਰ ਸਾਹਿਬ ਨੂੰ ਕਿਹੜੀ ਫਿਕਰ ਹੈ? ਜਥੇਦਾਰ ਸਾਹਿਬ ਨੂੰ ਫਿਕਰ ਇਹੀ ਹੈ ਕਿ ਇਹ ਜਿਹੜੇ ਕਹਿੰਦੇ ਸੀਗੇ ਹੁਣ ਤੱਕ ਕਿ ਅਸੀਂ ਹਿੰਦੂ ਸਿੱਖ ਏਕਤਾ ਦੇ ਅਲੰਬਰਦਾਰ ਆ, ਉਹਨਾਂ ਦੀ ਆਪਸੀ ਸਿਆਸੀ ਸਾਂਝ ਟੁੱਟ ਗਈ ਹੈ ਔਰ ਉਸ ਸਿਆਸੀ ਸਾਂਝ ਨੂੰ ਜੋੜਨਾ ਚਾਹੀਦਾ ਹੈ ਤਾਂ ਕਿ ਹਿੰਦੂ ਸਿੱਖ ਏਕਤਾ ਦੁਬਾਰੇ ਉਹਨਾਂ ਦੇ ਅਨੁਸਾਰ ਇੱਥੇ ਆ ਜਾਵੇ ਤੇ ਫਿਰ ਇਹ ਜਿਹੜਾ ਸਿਲਸਿਲਾ ਪਹਿਲਾਂ ਸ਼ੁਰੂ ਹੋਇਆ ਸੀਗਾ ਸਿਆਸੀ, ਜਿਸ ਦੇ ਨਾਲ ਇੱਕ ਪੰਜਾਬ ਨੂੰ ਕਾਫੀ ਠੱਗੀ ਲੱਗੀ ਸੀ, ਉਹ ਦੁਬਾਰੇ ਫਿਰ ਸ਼ੁਰੂ ਹੋ ਜਾਏ। ਚਲੋ ਗਰੇਵਾਲ ਸਾਹਿਬ ਦੀ ਸਟੇਟਮੈਂਟ ਲੈਣੀ ਬੰਦੀ ਹੈ। ਗਰੇਵਾਲ ਸਾਹਿਬ ਨੇ ਉਂਗਲ ਖੜੀ ਕੀਤੀ ਹੈ। ਹਾਂ ਗਰੇਵਾਲ ਸਾਹਿਬ ਬੋਲੋ, ਅਨਮਿਊਟ ਕਰ ਲਿਓ ਪਲੀਜ਼ ਆਦੇ ਆਪ। ਹਾਂ ਅਨਮਿਊਟ ਕਰ ਲਓ। ਹੱਥ ਜੋੜ ਕੇ ਬੇਨਤੀ ਕਰਦਾ ਕਿ ਬੜੀ ਦੇਰ ਬਾਅਦ ਇੱਕ ਬਹੁਤ ਚੰਗੀ ਸ਼ਖਸੀਅਤ ਤੇ ਕਾਬਲ ਸ਼ਖਸੀਅਤ ਤੇ ਇੱਕ ਇਮਾਨਦਾਰ ਜਿਹੜੀ ਸ਼ਖਸੀਅਤ ਉਹ ਅਕਾਲ ਤਖਤ ਸਾਹਿਬ ਤੇ ਆਈ ਆ, ਆਪਾਂ ਉਹਨੂੰ ਇਸ ਤਰ੍ਹਾਂ ਭੰਡੀਏ ਨਾ। ਤੁਹਾਡੇ ਵੱਲੋਂ ਕਹੀ ਹੋਈ ਗੱਲ ਜਿਹੜੀ ਆ ਉਹ ਵੈਸੇ ਦੂਰ ਤੱਕ ਜਾਂਦੀ ਆ, ਪਰ ਤੁਹਾਡੀ ਛਵੀ ਤੇ ਵੀ ਮਾੜਾ ਅਸਰ ਕਰਦੀ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਲਕੁਲ ਇਸ ਗੱਲ ਨਾਲ ਸੰਬੰਧ ਨਹੀਂ ਆ ਕਿ ਭਾਜਪਾ ਜਾਂ ਅਕਾਲੀ ਆ, ਉਹਦੇ ਨਾਲ ਕੋਈ ਸੰਬੰਧ ਨਹੀਂ। ਕਿਰਪਾ ਕਰਕੇ ਇਸ ਗੱਲ ਨੂੰ ਆਪਦੇ ਕੋਲੇ ਰੱਖੋ, ਲੋਕਾਂ ਨੂੰ ਦੁੰਦਾ ਨਾ ਫਲਾਓ। ਜਥੇਦਾਰ ਸਾਹਿਬ ਚੰਗੇ ਲੋਕ ਨੇ ਤੇ ਚੰਗੀ ਸੇਧ ਦਿੰਦੇ ਨੇ। ਮੈਂ ਤੁਹਾਡੇ ਵਿਚਾਰ ਦੇ ਵਿੱਚ ਚੰਗੀਆਂ ਗੱਲਾਂ ਕਰਦਾ ਜੀ, ਮੈਂ ਤਾਂ ਆਪਣੇ ਦੱਸਣੇ ਆ। ਚਲੋ ਬਹੁਤ ਧੰਨਵਾਦ ਗੁਰਚਰਨ ਸਿੰਘ ਗਰੇਵਾਲ ਤੁਹਾਡਾ, ਗੁਰਤੇਜ ਸਿੰਘ ਜੀ ਆਈਐਸ ਤੁਹਾਡਾ ਬਹੁਤ ਧੰਨਵਾਦ, ਕੁਲਦੀਪ ਸਿੰਘ ਧਾਲੀਵਾਲ ਤੁਹਾਡਾ ਬਹੁਤ ਧੰਨਵਾਦ, ਹਰਜੀਤ ਸਿੰਘ ਕਿੰਗਰਾ ਤੁਹਾਡਾ ਵੀ ਬਹੁਤ ਧੰਨਵਾਦ। ਸਾਰੇ ਮਹਿਮਾਨਾਂ ਨੇ ਆਪਦੇ ਤਰੀਕੇ ਨਾਲ ਸਾਰੇ ਪੱਖ ਰੱਖੇ ਆ। ਇਹ ਪੱਖ ਸਾਰੇ ਤੁਹਾਡੇ ਸਾਹਮਣੇ ਆ। ਕੌਣ ਕਿੰਦੀ ਫਿਕਰ ਕਰ ਰਿਹਾ, ਤੁਸੀਂ ਕਿੰਦੀ ਫਿਕਰ ਕਰਨੀ ਹੈ, ਤੁਸੀਂ ਕਿਸ ਤਰੀਕੇ ਨਾਲ ਇਸ ਨੂੰ ਸਾਰਾ ਕੁਝ ਸਮਝਣਾ, ਇਸ ਸਾਰੇ ਵਰਤਾਰੇ ਨੂੰ। ਹਜੇ ਖੇਤੀ ਕਾਨੂੰਨ ਰੱਦ ਨਹੀਂ ਹੋਏਗੇ, ਹਜੇ ਇਹ ਸੰਘਰਸ਼ ਖਤਮ ਨਹੀਂ ਹੋਇਆਗਾ, ਪਰ ਲਗਾਤਾਰ ਧਰਮ ਦੇ ਨਾਂ ਤੇ ਜਿਹੜੀਆਂ ਬਿਆਨਬਾਜ਼ੀਆਂ ਹੋ ਰਹੀਆਂ, ਚਾਹੇ ਉਹ ਸਿਆਸੀ ਤੇ ਨਾ ਕਰਦੀਆਂ ਪਈਆਂ, ਉਸ ਤੇ ਅਸੀਂ ਇਹ ਡਿਬੇਟ ਨਹੀਂ ਕੀਤੀ, ਉਹ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਪਰ ਜਥੇਦਾਰ ਸਾਹਿਬ ਦਾ ਇਹ ਬਿਆਨ ਬੜਾ ਵੱਡਾ ਹੈ, ਬਹੁਤ ਅਹਿਮੀਅਤ ਰੱਖਦਾ ਹੈ, ਇਸ ਕਰਕੇ ਇਹਨਾਂ 'ਤੇ ਚਰਚਾ ਕੀਤੀ ਹੈ। ਇਸ ਚਰਚਾ ਦੇ ਵਿੱਚ ਜੋ ਕੁਝ ਨਿਕਲਿਆ ਉਹ ਸਭ ਕੁਝ ਤੁਹਾਡੇ ਸਾਹਮਣੇ ਹੈ। ਫੈਸਲਾ ਤੁਸੀਂ ਕਰ ਲਿਓ ਜਥੇਦਾਰ ਸਾਹਿਬ ਨੂੰ ਕਾਹਦੀ ਫਿਕਰ ਹੈ, ਕਿਹੜੀ ਸਾਜ਼ਿਸ਼ ਦਾ ਉਹ ਜ਼ਿਕਰ ਕਰਦੇ ਪਏ ਸੀਗੇ, ਤੇ ਇਹ ਕਿਸਾਨ ਇਸ ਬਿਆਨ ਨੂੰ, ਇਸ ਉਚਾਰਨ ਨੂੰ ਕਿਸ ਨਜ਼ਰੀਏ ਨਾਲ ਸਮਝਣਗੇ, ਸਿਆਸਤਦਾਨ ਕਿਸ ਤਰੀਕੇ ਨਾਲ ਸਮਝਣਗੇ, ਪੂਰਾ ਸਮਾਜ ਹੈ ਜਿਹੜਾ ਇਸ ਬਿਆਨ ਨੂੰ, ਇਸ ਉਚਾਰਨ ਨੂੰ ਕਿਸ ਤਰੀਕੇ ਨਾਲ ਸਮਝੇਗਾ। ਬਹੁਤ ਧੰਨਵਾਦ।